ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਇਤਿਹਾਸ ਤੇ ਪੰਨਿਆਂ ਵਿੱਚੋਂ ਲੈ ਕੇ ਮੈਂ ਹਾਜ਼ਰ ਹਾਂ। ਦੇਸ਼ ਵਿਦੇਸ਼ ਦੀ ਸੰਗਤ ਦਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ। ਸੋ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਅੱਜ ਗੱਲਬਾਤ ਕਰਾਂਗੇ ਤੀਸਰੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਗੁਰਤਾ ਗੱਦੀ ਦਿਹਾੜੇ ਤੇ ਵਿਸ਼ੇਸ਼। ਸੋ ਮੇਰੇ ਨਾਲ ਨੇ ਇਸ ਪ੍ਰੋਗਰਾਮ ਦੇ ਵਿੱਚ ਸਰਦਾਰ ਜਸਵੀਰ ਸਿੰਘ ਜੀ ਪੱਟੀ। ਸੋ ਉਹਨਾਂ ਨਾਲ ਅੱਜ ਦੀ ਸਮੁੱਚੀ ਗੱਲਬਾਤ ਗੁਰੂ ਅਮਰਦਾਸ ਮਹਾਰਾਜ ਜੀ ਦੇ ਉੱਤੇ ਆਧਾਰਿਤ ਰਹੇਗੀ। ਸੋ ਉਹਨਾਂ ਨਾਲ ਫਤਿਹ ਦੀ ਸਾਂਝ ਪਾ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਪੱਟੀ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਪੱਟੀ ਸਾਹਿਬ, ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਜੇਕਰ ਗੱਲ ਕਰੀਏ ਤਾਂ ਬੜਾ ਇਤਿਹਾਸ ਜਿਹੜਾ ਉਹਨਾਂ ਦਾ ਵਿਲੱਖਣ ਆ, ਸਮੁੱਚਾ ਜੀਵਨ ਹੀ। ਸੋ ਗੱਲ ਅਸੀਂ ਜਨਮ ਤੋਂ ਕਰਦੇ ਹਾਂ, ਕਦੋਂ ਉਹਨਾਂ ਦਾ ਜਨਮ ਹੁੰਦਾ ਆ ਤੇ ਕਿਹੜੀ ਜਗ੍ਹਾ ਤੇ ਹੁੰਦਾ, ਤੇ ਮਾਤਾ ਪਿਤਾ ਬਾਬਤ ਜਾਣਕਾਰੀ ਸੰਗਤਾਂ ਨਾਲ ਸਾਂਝੀ ਕਰੋ। ਸਭ ਤੋਂ ਪਹਿਲਾਂ ਮੈਂ ਸਿੱਖ ਧਰਮ ਬਾਰੇ ਜਾਣਕਾਰੀ ਸਾਂਝੀ ਕਰੂੰਗਾ ਕਿ ਵੇਖੋ ਜੀ, ਗੁਰੂ ਨਾਨਕ ਪਾਤਸ਼ਾਹ ਨੇ ਇੱਕ ਅਜਿਹਾ ਨਿਰਮਲ ਪੰਥ ਚਲਾਇਆ ਜੀ, ਜਿਹਦੇ ਵਿੱਚ ਕਿਸੇ ਵੀ ਗੁਰੂ ਦਾ ਕੋਈ ਏਜ ਫੈਕਟਰ ਜੀ। ਜੇ ਗੁਰੂ ਸਾਹਿਬ ਜਿਹੜੇ ਸੀ ਕਰੀਬ 62 ਸਾਲ ਦੀ ਉਮਰ ਦੇ ਵਿੱਚ ਗੁਰਗੱਦੀ ਤੇ ਬਿਰਾਜਮਾਨ ਹੋਏ ਤੇ 5 ਸਾਲ ਦੀ ਉਮਰ ਦੇ ਵਿੱਚ ਜੀ 8ਵੇਂ ਪਾਤਸ਼ਾਹ ਸ਼੍ਰੀ ਅਕਾਲ ਸਾਹਿਬ ਜਿਹੜੇ ਸੀ ਬਿਰਾਜਮਾਨ ਜੀ। ਮਤਲਬ ਗੁਰੂ ਸਾਹਿਬ ਨੇ ਦੱਸ ਦਿੱਤਾ ਵੀ ਗਿਆਨ ਦੀ ਕੋਈ ਉਮਰ ਨਹੀਂ ਜੀ। ਤੇ ਗੁਰੂ ਅਮਰਦਾਸ ਜੀ ਦੀ ਜੇ ਆਪਾਂ ਉਹਨਾਂ ਦੇ ਬਚਪਨ ਦੀ ਗੱਲ ਕਰੀਏ ਤੇ ਉਹਨਾਂ ਦੇ ਪਿਤਾ ਦਾ ਤੇਜਪੰਥ ਤੇ ਮਾਤਾ ਸੁਲੱਖਣੀ ਜੀ ਸੀ, ਜਿਨ੍ਹਾਂ ਦਾ ਜਨਮ 1479 ਈਸਵੀ ਦੇ ਵਿੱਚ ਜੀ ਬਾਸਰ ਕੇ ਗਿਲ ਪਿੰਡ ਜਿਹੜਾ ਅੰਮ੍ਰਿਤਸਰ ਦੇ ਬਿਲਕੁਲ ਨਜ਼ਦੀਕ ਹੈ ਜੀ ਉੱਥੇ ਹੋਇਆ ਜੀ। ਤੇ ਗੁਰੂ ਸਾਹਿਬ ਬਚਪਨ ਤੋਂ ਹੀ ਕਾਫੀ ਧਾਰਮਿਕ ਵਿਚਾਰਾਂ ਵਾਲੇ ਵਿਅਕਤੀ ਸਨ ਜੀ। ਗੁਰੂ ਸਾਹਿਬ ਜਿਹੜੇ ਸੀ ਹਰ ਸਾਲ ਜਿਹੜਾ ਸੀ ਉਹ ਸਾਲ 'ਚ 2 ਵਾਰੀ ਜਿਹੜੇ ਸੀ ਹਰਿਦੁਆਰ ਜਾ ਕੇ ਇਸ਼ਨਾਨ ਕਰਕੇ ਆਉਂਦੇ ਸੀ। ਚੇਤ ਦੇ ਮਹੀਨੇ ਜਾਂਦੇ ਸੀ ਤੇ ਵਿਸਾਖੀ ਦਾ ਇਸ਼ਨਾਨ ਕਰਕੇ ਵਾਪਸ ਮੁੜਦੇ ਸੀ ਜੀ। ਦੂਸਰੀ ਵਾਰੀ ਅੱਸੂ ਦੇ ਮਹੀਨੇ ਜਾਂਦੇ ਸੀ ਤੇ ਪੂਰਨ ਦੀ ਕੱਤਕ ਦੀ ਪੂਰਨਮਾਸ਼ੀ ਦੇ ਇਸ਼ਨਾਨ ਕਰਕੇ ਵਾਪਸ ਮੁੜਦੇ ਸੀ ਜੀ। ਕਾਫੀ ਕਾਫੀ ਦੇਰ ਸਿਸਟਮ ਚੱਲਦਾ ਰਿਹਾ। ਇੱਕ ਦਿਨ ਵਾਪਸ ਮੁੜੇ ਤੇ ਉਹਨਾਂ ਨੂੰ ਇੱਕ ਸਾਧੂ ਮਿਲਿਆ ਰਸਤੇ ਦੇ ਵਿੱਚ। ਸਾਧੂ ਨੂੰ ਆ ਕੇ ਉਹਨਾਂ ਨੇ ਜਲ ਪਾਣੀ ਛਕਾਇਆ ਤੇ ਜਦੋਂ ਉਹਨਾਂ ਨੇ ਗੁਰੂ ਪੁੱਛਿਆ ਤੇ ਉਹ ਗੁਰੂ ਕਹਿਣ ਲੱਗੇ, ਗੁਰੂ ਸਾਹਿਬ ਕਹਿਣ ਲੱਗੇ ਤੇ ਮੇਰਾ ਗੁਰੂ ਤਾਂ ਕੋਈ ਹੈ ਹੀ ਨਹੀਂ। ਉਹ ਕਹਿੰਦਾ ਜੀ ਮੈਂ ਬੜੀ ਵੱਡੀ ਗਲਤੀ ਕਰ ਲਈ ਹੈ, ਮੈਨੂੰ ਫਿਰ ਹਰਿਦੁਆਰ ਇਸ਼ਨਾਨ ਕਰਨ ਵਾਸਤੇ ਜਾਣਾ ਪੈਣਾ ਕਿ ਮੈਂ ਇੱਕ ਨਿਗੋਰੇ ਕੋਲ ਜਿਹੜਾ ਸੀ ਆਪਣਾ ਪ੍ਰਸ਼ਾਦਾ ਛਕਿਆ ਜੀ। ਦੂਜੇ ਪਾਸੇ ਗੁਰੂ ਸਾਹਿਬ ਜਿਹੜੇ ਸੀ ਆਪ ਚਾਰ ਭਾਈ ਸੀ। ਭਾਈ ਈਸ਼ਰਦਾਸ, ਭਾਈ ਗੁਰਦਾਸ ਜੀ, ਭਾਈ ਖੇਮਚੰਦ ਤੇ ਭਾਈ ਮਾਨਕ ਚੰਦ ਜੀ। ਜਿਹੜੇ ਮਾਨਕ ਚੰਦ ਸੀ ਉਹਨਾਂ ਦਾ ਬੇਟਾ ਜੱਸੂ ਜਿਹੜਾ ਸੀਗਾ ਉਹ ਗੁਰੂ ਅੰਗਦ ਦੇਵ ਸਾਹਿਬ ਦੀ ਬੇਟੀ ਅਮਰੋ ਦਾ ਵਿਆਹ ਸੀ ਜੀ। ਤੇ ਬੀਬੀ ਅਮਰੋ ਜਿਹੜੀ ਗੁਰੂ ਘਰ ਦੀ ਬੜੀ ਪ੍ਰੇਮੀ ਸੀ ਤੇ ਸਹੁਰੇ ਘਰ ਦੇ ਵਿੱਚ ਆ ਕੇ ਵੀ ਉਹ ਹਮੇਸ਼ਾ ਬਾਣੀ ਨਾਲ ਜੁੜੀ ਰਹਿੰਦੀ ਜੀ। ਤੇ ਬਾਣੀ ਨਾਲ ਜੁੜੀ ਰਹਿੰਦੀ ਤੇ ਗੁਰੂ ਸਾਹਿਬ ਧਾਰਮਿਕ ਬਿਰਤੀ ਵਾਲੇ ਬੰਦੇ ਸੀ। ਬੀਬੀ ਨੇ ਜਦੋਂ ਸੁਖਤੇ ਉੱਠਣਾ, ਗੁਰਬਾਣੀ ਦਾ ਪਾਠ ਕਰਨਾ ਤੇ ਗੁਰੂ ਸਾਹਿਬ ਕੰਧ ਨਾਲ ਲੱਗ ਕੇ ਸੁਣਦੇ ਰਹਿੰਦੇ ਸੀ। ਬੀਬੀ ਪਾਠ ਕਰਦੀ ਤੇ ਨਾਲ ਸਰਵਣ ਕਰਨਾ। ਚੇਟਕ ਲੱਗਦੀ ਇੱਕ ਵਾਰੀ ਕੀ ਹੋਇਆ ਵੀ ਬੀਬੀ ਜਿਹੜੀ ਸੀ ਅਮਰੋ ਉਹ ਪੇਕੇ ਚਲੀ ਗਈ ਤੇ ਗੁਰੂ ਸਾਹਿਬ ਨੂੰ ਬੜਾ ਘਾਟਾ ਮਹਿਸੂਸ ਹੋਇਆ ਵੀ ਹੁਣ ਮੈਂ ਜਿਹੜੀ ਜਿੰਦਨ ਬੀਬੀ ਉੱਥੇ ਰਹੂਗੀ ਤੇ ਮੈਂ ਪਾਠ ਨਹੀਂ ਸੁਣ ਸਕਦਾ ਜੀ। ਤੋ ਆਪਣੀ ਭਾਬੀ ਨੂੰ ਪੁੱਛਦੇ ਆ ਬੀਬੀ ਉਹਨੇ ਕਦੋਂ ਆਉਣਾ ਅਮਰੋ ਦੇ ਵਾਪਸ। ਉਹ ਕਹਿੰਦੇ ਵੀ ਤੈਨੂੰ ਜ਼ਿਆਦਾ ਸ਼ੌਂਕ ਗੁਰਬਾਣੀ ਦਾ ਤਾਂ ਉਹਦੇ ਬਾਪ ਕੋਲ ਚੱਲ ਜਾ। ਜਦੋਂ ਬੀਬੀ ਅਮਰੋ ਆਈ ਤੇ ਬੀਬੀ ਅਮਰੋ ਨਾਲ ਗੱਲ ਕੀਤੀ ਵੀ ਮੈਂ ਗੁਰੂ ਸਾਹਿਬ ਨੂੰ ਮਿਲਣਾ ਚਾਹੁੰਦਾ ਜੀ। ਤੇ ਬੀਬੀ ਕਹਿੰਦੀ ਚਲੋ ਜੀ ਚੱਲਦੇ ਆਪਾਂ ਚਾਚਾ ਜੀ। ਉਹ ਨਾਲ ਲੈ ਕੇ ਗੁਰੂ ਸਾਹਿਬ ਨੂੰ ਆਪਣੇ ਬਾਪ ਗੁਰੂ ਅੰਗਦ ਦੇ ਪਾਸ ਚਲੀ ਗਈ ਜਿਸ ਵੇਲੇ। ਤੇ ਗੁਰਬਾਣੀ ਤੋਂ ਉਹਨਾਂ ਦੀ ਰਚਨਾ ਕੀਤੀ ਸੀ, ਗੁਰੂ ਨਾਨਕ ਸਾਹਿਬ ਦੀ ਰਚਨਾ ਕੀਤੀ ਜਿਹੜੀ ਬੋਲਦੀ ਸੀ ਉਹ। ਤੇ ਗੁਰੂ ਸਾਹਿਬ ਜਾ ਕੇ ਗੁਰੂ ਅੰਗਦ ਦੇ ਪਾਤਸ਼ਾਹ ਦੇ ਜਿਹੜੇ ਸੀ ਚਰਨਾਂ ਤੇ ਜਿਹੜੇ ਸੀ ਉਹ ਸਿਰ ਰੱਖ ਦਿੱਤਾ ਤੇ ਉਹਨਾਂ ਨੇ ਜੱਫੀ ਪਾਉਣ ਦੀ ਕੋਸ਼ਿਸ਼ ਕੀਤੀ। ਨਹੀਂ ਵੀ ਤੂੰ ਸਾਡਾ ਕੁੜਮ ਹੈ, ਇੱਦਾਂ ਨਹੀਂ। ਉਹਨਾਂ ਨਹੀਂ ਜੀ, ਤੁਸੀਂ ਮੇਰੇ ਗੁਰੂ ਹੋ, ਮੈਂ ਇੱਦਾਂ ਨਹੀਂ। ਉੱਥੋਂ ਲਿਵ ਲੱਗ ਗਈ ਤੇ ਉਸ ਤੋਂ ਉਹਨਾਂ ਨੇ 11 ਸਾਲ ਲਗਾਤਾਰ ਉਹਨਾਂ ਦੀ ਸੇਵਾ ਕੀਤੀ ਤੇ 3 ਕੋ ਬਿਆਸ ਦਰਿਆ ਤੋਂ ਹਰ ਰੋਜ਼ ਤੜਕੇ 4 ਵਜੇ ਉੱਠ ਕੇ ਜਲ ਲਿਆ ਕੇ ਉਹਨਾਂ ਨੂੰ ਗਾਗਰ ਇਸ਼ਨਾਨ ਕਰਾਉਂਦੇ। ਸਾਰਾ ਦਿਨ ਪੱਖਾ ਚੱਲਣਾ, ਸੰਗਤਾਂ ਨੂੰ ਲੰਗਰ ਛਕਾਉਣਾ, ਬਰਤਨ ਸਾਫ਼ ਕਰਨੇ, ਗੁਰੂ ਘਰ ਦਾ ਝਾੜੂ ਦੀ ਸੇਵਾ ਕਰਨੀ, ਕੰਮ ਕਰਦੇ। ਇੱਕ ਦਿਨ ਗੁਰੂ ਸਾਹਿਬ ਦੇ ਮਨ 'ਚ ਵਿਚਾਰ ਆਇਆ। ਗੁਰੂ ਸਾਹਿਬ ਕਹਿਣ ਲੱਗੇ ਵੀ ਭਾਈ ਇਹ ਤਾਂ ਗੱਲ ਮਾੜੀ ਆ ਵੀ ਮੈਂ ਗੁਰੂ ਜਿਹੜਾ ਵਾ ਉਹ ਮੈਂ ਇਸ਼ਨਾਨ ਕਰਦਾ ਤੇ ਗੁਰੂ ਦਾ ਪਹਿਲਾਂ ਇਸ਼ਨਾਨ ਕਰਾਉਂਦਾ, ਮੈਂ ਤਾਂ ਇਸ਼ਨਾਨ ਕਰਕੇ ਜਾਣਾ ਚਾਹੀਦਾ ਪਹਿਲਾਂ। ਫਿਰ ਕਹਿੰਦੇ ਜੇ ਪਹਿਲਾਂ ਇਸ਼ਨਾਨ ਕੀਤਾ ਤੇ ਫਿਰ ਵੀ ਠੀਕ ਗੱਲ ਨਹੀਂ। ਉਹਨਾਂ ਨੇ ਫਿਰ ਕੀ ਕਰਨਾ ਵੀ ਗਾਗਰ ਜਿਹੜੀ ਸੀ ਜਲ ਦੀ ਭਰ ਕੇ ਸਿਰ 'ਤੇ ਰੱਖ ਲੈਣੀ ਤੇ ਫਿਰ ਇਸ਼ਨਾਨ ਕਰਨਾ।
ਜੇਕਰ ਬਚਪਨ ਦੀ ਗੱਲ ਕੀਤੀ ਜਾਵੇ ਤਾਂ ਬਚਪਨ ਕਿਵੇਂ ਬੀਤਿਆ ਸੀਗਾ ਗੁਰੂ ਅਮਰਦਾਸ ਨਹੀਂ, ਮਹਾਰਾਜ? ਬਚਪਨ ਮੈਂ ਦੱਸ ਦਿੱਤਾ ਜੀ। ਬਚਪਨ ਉਹਨਾਂ ਦੇ 4 ਭਰਾ ਸੀ। ਬਚਪਨ ਪਿੰਡ ਵਸਰ ਕੇ ਬੀਤਿਆ। ਸ਼ੁਰੂ ਤੋਂ ਹੀ ਇਹ ਜਿਹੜੇ ਸੀ ਧਾਰਮਿਕ ਵਿਚਾਰਾਂ ਬੰਦੇ ਸੀ। ਧਾਰਮਿਕ ਵਿਚਾਰਾਂ ਤੋਂ ਜਿਹੜੇ ਸੀ ਉਹਨਾਂ ਦੀ ਲਿਵ ਲੱਗੀ। ਬਚਪਨ ਦੇ ਵਿੱਚ ਹੀ ਉਹ ਜਿਹੜਾ ਹੈ ਉਹਨਾਂ ਦੀ ਬਿਰਤੀ ਜਿਹੜੀ ਸੀ ਧਾਰਮਿਕ ਵਿਚਾਰਾਂ ਵਾਲੀ ਸੀ। ਧਾਰਮਿਕ ਵਿਚਾਰਾਂ ਸੀ, ਧਰਮ ਵਾਲੇ ਪਾਸੇ ਜ਼ਿਆਦਾ ਚੱਲਦੇ ਸੀ। ਕਈ ਵਾਰੀ ਤੇ ਉਹ ਖੇਡਦੇ ਵੀ ਜਿਹੜੇ ਸੀ ਆਪਣੀ ਲਿਵ ਲੱਗ ਜਾਂਦੀ ਸੀ ਉਹਨਾਂ ਦੀ ਜੀ। ਤੇ ਫਿਰ ਜੇਕਰ ਗੱਲ ਕੀਤੀ ਜਾਵੇ ਉਹਨਾਂ ਦੀ ਸ਼ਾਦੀ ਦੀ, ਤਾਂ ਫਿਰ ਉਹਨਾਂ ਦੀ ਸ਼ਾਦੀ ਕਦੋਂ ਹੁੰਦੀ ਹੈ? ਉਹਨਾਂ ਦੀ ਸ਼ਾਦੀ 24 ਸਾਲ ਦੀ ਉਮਰ 'ਚ ਹੁੰਦੀ ਹੈ ਜੀ। ਉਹ ਸਿਆਲਕੋਟ ਪਿੰਡ, ਇੱਕ ਸੰਖਣਾ ਪਿੰਡ ਆ, ਉੱਥੋਂ ਦੇ ਭਾਈ ਦੇਵੀ ਚੰਦ ਸਾਹਿਬ ਉਹਨਾਂ ਦੀ ਬੇਟੀ ਦੀ ਸ਼ਾਦੀ ਉਹਨਾਂ ਦੀ ਹੁੰਦੀ ਹੈ ਜੀ। ਤੇ ਉਹਦੇ ਵਿੱਚ ਉਹਨਾਂ ਦੇ 4 ਬੱਚੇ ਹੁੰਦੇ, 2 ਬੇਟੀਆਂ 2 ਬੇਟੇ, ਭਾਈ ਮੋਹਰੀ, ਭਾਈ ਮੋਹਣੀ, ਭਾਈ ਬੀਬੀ ਦਾਨੀ ਤੇ ਬੀਬੀ ਭੰਨ ਜੀ। ਤੇ ਉਸ ਤੋਂ ਬਾਅਦ ਜਿਹੜੀ ਆਪਾਂ ਗੱਲ ਕਰ ਰਹੇ ਸੀ ਪਹਿਲਾਂ, ਜੀ, ਜਦੋਂ ਉਹ ਗੁਰੂ ਚਰਨਾਂ ਜਾ ਬਰਾਜੇ ਤੇ ਉਹਨਾਂ ਨੇ ਫਿਰ ਜਿਹੜੀ ਸੀ 11 ਸਾਲ ਜਿਹੜਾ ਸੀ ਗੁਰੂ ਸਾਹਿਬ ਨੂੰ ਇਸ਼ਨਾਨ ਕਰਾਇਆ ਜੀ। ਤੇ ਜਿਸ ਦਿਨ ਫਿਰ ਉਹਨਾਂ ਨੇ ਕੀਤਾ, ਗਾਗਰ ਸਿਰ ਤੇ ਰੱਖ ਕੇ ਆਪ ਇਸ਼ਨਾਨ ਕੀਤਾ ਜੀ। ਇੱਕ ਦਿਨ ਅਜਿਹਾ ਵੀ ਮੌਕਾ ਆਇਆ ਵੀ ਜਦੋਂ ਉਹ ਵਾਪਸ ਮੁੜਨ ਲੱਗੇ ਤੇ ਬੜਾ ਮੀਂਹ ਤੇ ਹਨੇਰੀ, ਬੜਾ ਝੱਖੜ ਚੱਲ ਰਿਹਾ ਸੀ। ਜਿਹੜੀ ਸਾਖੀ ਇੱਕ ਜੁੜਦੀ ਉਹਨਾਂ ਦੇ ਜੀਵਨ ਸਾਖੀ ਜੁੜਦੀ, ਜਿਹੜੀ ਸਾਖੀ ਜੁੜਦੀ, ਉਹ ਸਾਖੀ ਜਿਹੜੀ ਜੁੜਦੀ ਹੈ ਉਹਦੇ ਵਿੱਚ ਗੁਰੂ ਸਾਹਿਬ ਨੇ ਫਿਰ ਜੋ ਰਸਤੇ 'ਚ ਆਏ ਜੀ, ਤੇ ਸਭ ਨੂੰ ਪਤਾ ਸੀ ਵੀ ਜਿਹੜਾ ਅਮਰੂ ਆ ਉਹ ਜਾਂਦਾ ਵਾ ਇਸ ਤਰ੍ਹਾਂ ਪਾਣੀ ਜਲ ਲੈਣ ਵਾਸਤੇ, ਗੁਰੂ ਨੂੰ ਇਸ਼ਨਾਨ ਕਰਾਉਣ ਵਾਸਤੇ ਜੀ। ਤੇ ਰਸਤੇ ਵਿੱਚ ਜਲਾਇਆਂ ਦੀਆਂ ਖੱਡੀਆਂ ਲੱਗੀਆਂ ਹੁੰਦੀਆਂ ਸੀ, ਕਿੱਲੀਆਂ ਲੱਗੀਆਂ ਹੁੰਦੀਆਂ ਸੀ ਜੀ। ਰਸਤੇ 'ਚ ਇੱਕ ਕਿੱਲੀ ਨਾਲ ਅੜ ਕੇ ਤੇ ਡਿੱਗ ਪਏ। ਲੇਕਿਨ ਉਹਨਾਂ ਨੇ ਜਿਹੜੀ ਗਾਗਰ ਰੱਖੀ ਸੀ ਉਹ ਬਚਾ ਲਈ ਜੀ। ਤੇ ਜਲਾਏ ਨੇ ਕਿਹਾ, ਕੌਣ ਹੈ ਭਾਈ? ਜੀ। ਤੇ ਜਲਾਈ ਕਹਿਣ ਲੱਗੀ ਵੀ ਤੂੰ ਕਿਹਦਾ ਇਸ ਗੱਲ ਨੂੰ ਅਬਰੂ ਨੂੰ ਥਾਵਾ ਹੋਣਾ, ਹੋਰ ਕਿਹਨੇ ਹੋਣਾ ਇਸ ਵੇਲੇ? ਜੀ। ਤੇ ਜਦੋਂ ਗੁਰੂ ਸਾਹਿਬ ਨੂੰ ਪਤਾ ਲੱਗਾ ਤੇ ਉਹ ਬੜੇ ਇਸ ਗੱਲ ਤੋਂ ਵਜਾਰ ਹੋਏ ਵੀ ਵੇਖੋ ਕਿੰਨੀ ਭਗਤੀ ਆ, ਜਿੱਥੋਂ ਉਹਨਾਂ ਨੂੰ ਕੋਈ ਗੱਦੀ ਮਿਲਦੀ। ਜੀ। ਜੀ। ਇਸ ਤੋਂ ਬਾਅਦ ਦੇ ਵਿੱਚ ਇਹ ਵੀ ਜ਼ਿਕਰ ਆਉਂਦਾ ਹੈ ਕਿ ਫਿਰ ਗੁਰੂ ਸਾਹਿਬ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਦਾ ਆ ਤਾਂ ਉਹ ਵਰ ਵੀ ਦਿੰਦੇ ਆ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ। ਬਿਲਕੁਲ ਵਾਲੀ ਗੱਲ ਸੀ ਜੀ। ਵਾਰੀ ਵੀ ਦਿੰਦੇ ਆ ਜੀ। ਉਹ ਵਾਰੀ ਵੀ ਦਿੰਦੇ ਆ। ਤੇ ਜਦੋਂ ਇਹਨਾਂ ਦੀ ਲਿਵ ਲੱਗੀ ਹੈ ਨਾ, ਜਦੋਂ ਇਹਨਾਂ ਨੇ ਬੀਬੀ ਅਮਰਤ ਦੀ ਬਾਣੀ ਸੁਣੀ ਹੈ, ਜਿਹਦੇ ਤੇ ਜਾ ਕੇ ਬਹੁਤ ਜ਼ਿਆਦਾ ਹੋਇਆ ਜੀ। ਇਹਨਾਂ ਦੀ ਉਦੋਂ ਬਾਣੀ ਪੜ੍ਹ ਰਹੀ ਸੀ ਬੀਬੀ, ਕਰਨੀ ਕਾਗਦ ਮਨ ਵਸਵਾਣੀ, ਬੁਰਾ ਭਲਾ ਦੋਏ ਲੇਖ ਪੈ। ਜੀ। ਇਹ ਸ਼ਬਦ ਸੀਗਾ ਬੀਬੀ ਪੜ੍ਹ ਰਹੀ ਜਦੋਂ ਇਹ ਇਸ ਪਾਸੇ ਧਰਮ ਵਾਲੇ ਪਾਸੇ ਲੱਗੇ ਨੇ। ਜਦੋਂ ਇਹ ਗੁਰਬਾਣੀ ਪੜ੍ਹਦਿਆਂ ਸੁਣਿਆ ਤਾਂ ਫਿਰ ਕੀ ਮਨ ਦੇ ਵਿੱਚ ਆਇਆ? ਗੁਰੂ ਸਾਹਿਬ ਨਾਲ ਮਿਲਣ ਦੀ ਇੱਛਾ ਪੈਦਾ ਹੋਈ। ਫਿਰ ਬੀਬੀ ਅਮਰਤ ਨਾਲ ਲੈ ਕੇ ਗਏ ਜੀ। ਜਿਹੜੀ ਗੱਲ ਤੁਸੀਂ ਕੀਤੀ, ਉਹਨਾਂ ਕਿਹਾ ਸੀ ਨਿਮਾਣਿਆਂ ਦੇ ਮਾਣ, ਨਤਾਣੇ ਤਾਂ, ਨਥਾਵਿਆਂ ਦੇ ਥਾਂ, ਧਰਿਆਂ ਦੇ ਧਰ, ਘਰਿਆਂ ਦੇ ਘਰ। ਮਤਲਬ ਇਹ ਸਾਰੇ ਵਰ 12 ਵਰ ਦਿੱਤੇ ਸੀ ਗੁਰੂ ਅੰਗਦ ਦੇਵ ਪਾਤਸ਼ਾਹ ਨੇ, ਗੁਰੂ ਅਰਜਨ ਦੇਵ, ਗੁਰੂ ਅਮਰਦਾਸ ਪਾਤਸ਼ਾਹ ਨੇ ਜੀ। ਤੇ ਗੁਰੂ ਅਮਰਦਾਸ ਪਾਤਸ਼ਾਹ ਦੀ ਜਿਹੜੀ ਸੀ ਉਹਨਾਂ ਨੇ ਆਪਣੇ ਜਿਹੜੀ ਸੀ ਜੇ ਧਰਮ ਪ੍ਰਚਾਰ ਦੀ ਗੱਲ ਕਰ ਲਈਏ ਜੀ ਤੇ 22 ਮੰਜੀਆਂ ਵੀ ਸਥਾਪਿਤ ਕੀਤੀਆਂ ਸੀ ਉਹਨਾਂ ਨੇ ਜੀ। 22 ਮੰਜੀਆਂ ਧਰਮ ਪ੍ਰਚਾਰ ਕੀਤੀਆਂ ਸੀ, ਜਿਹੜੀਆਂ ਗੁਰੂ ਨਾਨਕ ਦੀ ਬਾਣੀ ਦਾ, ਜੀ, ਗੁਰੂ ਨਾਨਕ ਧਰਮ ਦਾ, ਸਿੱਖੀ ਦੇ ਧਰਮ ਦਾ ਪ੍ਰਚਾਰ ਜਿਹੜੇ ਸੀ ਉਹ ਕਰ ਕੇ ਕਰਦੇ ਸੀ ਜੀ। ਤੇ ਲੰਗਰ ਦੀ ਪ੍ਰਥਾ ਨੂੰ ਤਰਤੀਬ ਅੱਜ ਉਹਨਾਂ ਕੀਤਾ ਸੀ ਜੀ। ਲੰਗਰ ਦੀ ਪ੍ਰਥਾ ਤੇ ਗੁਰੂ ਨਾਨਕ ਸਾਹਿਬ ਤੇ ਸ਼ੁਰੂ ਹੋ ਗਈ ਸੀ ਜਦੋਂ ਉਹਨਾਂ ਭੁੱਖੇ ਸਾਧੂ ਲੰਗਰ ਛਕਾਇਆ ਸੀ। ਜੀ। ਜਿਹੜੇ 20 ਰੁਪਏ ਦਾ ਲੰਗਰ ਛਕਾਇਆ ਸੀ ਉਹਦਾ ਵਿਆਹ ਜਿਹੜੀ ਉਹ ਸਿੱਖ ਕੌਮ ਅੱਜ ਤੱਕ ਛਕ ਰਹੀ ਹੈ ਤੇ ਛਕਾ ਰਹੀ ਹੈ ਸਾਰਿਆਂ ਨੂੰ। ਜੀ। ਉਹ ਵਿਆਹ ਜੀ ਨਹੀਂ ਮੁੱਕਦਾ। ਤੇ ਉਹਦੇ ਵਿੱਚ ਜਦੋਂ ਇਹਨਾਂ ਨੇ ਉਹ ਲੰਗਰ ਪ੍ਰਥਾ ਸੀ, ਉਹਨਾਂ ਨੇ ਕਿਹਾ ਨਹੀਂ ਵੀ ਲੰਗਰ ਛਕੋ, ਪੰਗਤ 'ਚ ਬਹਿ ਕੇ ਛਕੋ। ਜੀ। ਪੰਗਤ ਤੇ ਸੰਗਤ ਦਾ ਸੰਕਲਪ ਜਿਹੜਾ ਉਹ ਗੁਰੂ ਸਾਹਿਬ ਨੇ ਸ਼ੁਰੂ ਕੀਤਾ ਸੀ। ਜੀ। ਤੇ ਉਹਨਾਂ ਨੇ ਪੰਗਤ 'ਚ ਬੈਠ ਕੇ ਜਦੋਂ ਬਾਬਾ ਅਕਬਰ ਮਿਲਣ ਵਾਸਤੇ ਆਇਆ ਸੀ ਵੀ ਮੈਂ ਮਿਲਣਾ ਉਹਨਾਂ ਨੂੰ, ਗੁਰੂ ਸਾਹਿਬ ਨੂੰ ਮਿਲਣਾ ਚਾਹੁੰਦਾ ਮੈਂ। ਜੀ। ਤਾਂ ਉਹਨਾਂ ਨੇ ਕਿਹਾ ਸੀ ਵੀ ਭਾਈ ਵੇਖ, ਪਹਿਲਾਂ ਤੈਨੂੰ ਜਿਹੜੀ ਉਹ ਪੰਗਤ 'ਚ ਬੈਠ ਕੇ ਲੰਗਰ ਛਕਣਾ ਪਊਗਾ। ਜੀ। ਇੱਕ ਸਧਾਰਨ ਵਿਅਕਤੀ ਬਣ ਕੇ, ਕਿ ਇਹ ਜਿਹੜੇ ਬਾਬੇ ਨਾਨਕ ਦੀ ਗੱਦੀ ਹੈ, ਇੱਥੇ ਨਾ ਕੋਈ ਵੱਡਾ ਹੈ, ਨਾ ਕੋਈ ਛੋਟਾ ਹੈ, ਨਾ ਕੋਈ ਉੱਚਾ ਹੈ, ਕੋਈ ਨਾ ਨੀਵਾਂ, ਕੋਈ ਰਾਜਾ, ਨਾ ਕੋਈ ਰੰਕ ਹੈ, ਇੱਥੇ ਸਭ ਬਰਾਬਰ ਨੇ। ਜੀ। ਤੇ ਅਕਬਰ ਬਾਦਸ਼ਾਹ ਨੇ ਉਹਨਾਂ ਦੀ ਗੱਲ ਮੰਨੀ ਸੀ, ਪਹਿਲਾਂ ਲੰਗਰ ਛਕਿਆ ਸੀ, ਲੰਗਰ ਛਕ ਕੇ ਫਿਰ ਮੁਲਾਕਾਤ ਕੀਤੀ ਸੀ ਗੁਰੂ ਸਾਹਿਬ ਨਾਲ। ਜੀ। ਤੇ ਗੁਰੂ ਸਾਹਿਬ ਦੀਆਂ ਗੱਲਾਂ ਤੋਂ ਇੰਨੇ ਪ੍ਰਭਾਵਿਤ ਹੋਇਆ ਸੀ, ਬਚਨਾਂ ਤੋਂ ਇੰਨਾ ਪ੍ਰਭਾਵਿਤ ਹੋਇਆ ਸੀ ਅਕਬਰ ਬਾਦਸ਼ਾਹ ਵੀ ਉਹਨੇ ਇੱਕ ਬੀਬੀ ਭਾਨੀ ਦੇ ਨਾਂ ਤੇ ਬੜੀ ਵੱਡੀ ਜਗੀਰ ਲਾਉਣ ਦੀ ਗੱਲ ਕੀਤੀ। ਕਹਿੰਦੇ ਨਹੀਂ ਜੀ, ਕੋਈ ਨਹੀਂ ਚਾਹੀਦੀ। ਜੇ ਆਪਾਂ ਗੋਇੰਦਵਾਲ ਸਾਹਿਬ ਦੀ ਗੱਲ ਕਰ ਲਈਏ, ਜਿਹੜੀ ਉਹ ਸਾਰੀ ਕੀਤੀ ਗਈ ਹੈ ਜੀ, ਇਹ ਤੇ ਗਿਆ ਸੀ ਖਡੂਰ ਸਾਹਿਬ ਜੀ। ਤੇ ਗੁਰੂ ਅੰਗਦ ਦੇਵ ਪਾਤਸ਼ਾਹ ਦੇ ਕਹਿਣ ਤੇ ਇੱਥੇ ਆਏ ਸੀ ਆਪਣੇ ਗੋਇੰਦਵਾਲ ਸਾਹਿਬ ਜੀ। ਗੋਇੰਦਵਾਲ ਸਾਹਿਬ ਇਹਨਾਂ ਦੇ ਇੱਕ ਵਪਾਰੀ ਸੀ ਜਾਂ ਵਪਾਰੀ ਸੀਗਾ, ਇੱਕ ਇਹਨਾਂ ਦਾ ਸ਼ਰਧਾਲੂ ਜੀ। ਉਹਨੇ ਉੱਥੇ ਇੱਕ ਬੜਾ ਅਮੀਰ ਬੰਦਾ ਸੀਗਾ ਜੀ। ਉਹਨੇ ਉੱਥੇ ਇੱਕ ਨਗਰ ਵਸਾਉਣ ਦੀ ਕੋਸ਼ਿਸ਼ ਕੀਤੀ ਤੇ ਉਹ ਨਗਰ ਨਹੀਂ ਸੀ ਵਸਿਆ ਜੀ। ਉਹਨੇ ਫਿਰ ਬੇਨਤੀ ਕੀਤੀ ਸੀ ਵੀ ਗੁਰੂ ਸਾਹਿਬ ਮੇਰੇ ਤੇ ਅੱਖ ਨਹੀਂ ਦੱਸਿਆ, ਤੁਸੀਂ ਇੱਥੇ ਨਗਰ ਵਸਾਓ। ਫਿਰ ਇਹਨਾਂ ਗੋਇੰਦਵਾਲ ਸਾਹਿਬ ਉੱਥੇ ਨਗਰ ਵਸਾਇਆ ਸੀ। ਉੱਥੇ ਸਭ ਮੰਜੀਆਂ ਸਥਾਪਿਤ ਕੀਤੀਆਂ ਸੀ, ਉੱਥੇ ਬੌਲੀ ਬਣਾਈ ਸੀ,
ਉੱਥੇ ਸੰਗਤਾਂ ਨੂੰ ਸੰਦੇਸ਼ ਦਿੰਦੇ ਸੀ। ਜਦੋਂ ਗੁਰੂ ਸਾਹਿਬ ਦੇ ਨਾਲ ਮਿਲਾਪ ਹੁੰਦਾ ਆ, ਮਿਲਾਪ ਹੋਣ ਤੋਂ ਬਾਅਦ ਦੇ ਵਿੱਚ ਕੀ ਵਾਰਤਾਲਾਪ ਹੁੰਦੀ ਹੈ, ਤੇ ਫਿਰ ਜਿਹੜੀ ਉੱਥੇ ਸੇਵਾ ਕੀ ਕਰਿਆ ਕਰਦੇ ਸਨ? ਇੱਕ ਤਾਂ ਜਲ ਲਿਆ ਕੇ ਗੁਰੂ ਸਾਹਿਬ ਨੂੰ ਜਿਹੜਾ ਆ ਉਹ ਇਸ਼ਨਾਨ ਕਰਵਾਉਂਦੇ ਸਨ, ਉਸ ਤੋਂ ਇਲਾਵਾ ਉੱਥੇ ਹੋਰ ਕੀ ਸੇਵਾ ਜਿਹੜੀ ਆ ਉਹ ਜਿਹੜੀ ਗੁਰੂ ਸਾਹਿਬ ਦੀ ਗੱਲ ਕੀਤੀ, ਉਹ ਤਾਂ ਜਿਹੜੀ ਗੁਰਬਾਣੀ ਉਹਨਾਂ ਦੀ ਪਹਿਲਾਂ ਹੀ ਉਹਨਾਂ ਨੂੰ ਕੰਠ ਹੋਈ ਪਈ ਸੀ, ਬੀਬੀ ਅਮਰੋ ਪੜ੍ਹਦੀ ਸੀ ਤੇ ਨਾਲ ਪੜ੍ਹਦੇ ਸੀਗੇ ਜੀ। ਲੇਕਿਨ ਜਦੋਂ ਗੁਰੂ ਘਰ ਆ ਕੇ ਉਹਨਾਂ ਵੇਖਿਆ ਵੀ ਇੱਥੇ ਸੇਵਾ ਦਾ ਸੰਕਲਪ ਆ, ਇੱਥੇ ਬਾਣੀ ਦਾ ਸੰਕਲਪ ਆ, ਉਹਨੇ ਦੋਵਾਂ ਨੂੰ ਅਪਣਾਇਆ। ਬਾਣੀ ਵੀ ਪੜ੍ਹੀ ਆ, ਗੁਰੂ ਦੀ ਸੇਵਾ ਵੀ ਕੀਤੀ ਆ, ਸੰਗਤ ਦੀ ਸੇਵਾ ਕੀਤੀ ਆ, ਲੰਗਰ ਦੀ ਸੇਵਾ ਵੀ ਕੀਤੀ ਆ। ਜਦੋਂ ਪਾਣੀ ਲੈ ਕੇ ਆਉਂਦੇ ਸੀ ਇਸ਼ਨਾਨ ਕਰਾਉਣ ਤੋਂ ਬਾਅਦ, ਜੰਗਲ ਤੋਂ ਜਾ ਕੇ ਲੱਕੜਾਂ ਇਕੱਠੀਆਂ ਕਰਕੇ ਲਿਆਉਂਦੇ ਸੀ ਲੰਗਰ ਪਕਾਉਣਾ ਜੀ। ਮਤਲਬ ਗੁਰੂ ਘਰ ਦੀਆਂ ਸਾਰੀਆਂ ਸੇਵਾਵਾਂ ਗੁਰੂ ਅਮਰਦਾਸ ਪਾਤਸ਼ਾਹ ਨੇ ਜਿਹੜੀ ਸੀ ਆਪਣੀ ਹੱਥੀਂ ਕੀਤੀਆਂ ਉਸ ਉਮਰ ਦੇ ਵਿੱਚ ਜੀ। ਜਦੋਂ ਬਿਰਧ ਅਵਸਥਾ ਹੁੰਦੀ ਹੈ ਤੇ ਬੰਦਾ ਜਿਹੜਾ ਵਾ ਉਹ ਥਕਾਵਟ ਹੀ ਮਹਿਸੂਸ ਕਰਦਾ ਵਾ ਜੀ, ਲੇਕਿਨ ਉਹਨਾਂ ਥਕਾਵਟ ਹੀ ਵੀ ਸੀ, ਉਹਦੇ ਅਧਿਆਤਮਿਕ ਤੌਰ ਤੇ ਇੰਨੇ ਮਜ਼ਬੂਤ ਸੀ ਵੀ ਕਿ ਉਹ ਕਹਿੰਦਾ ਆਪਣੇ ਨੂੰ ਬਿਰਧ ਕਦੀ ਸਮਝਿਆ ਨਹੀਂ ਸੀਗਾ ਜੀ। ਤੇ ਇਸ ਕਰਕੇ ਗੁਰੂ ਘਰ ਦੇ ਵਿੱਚ ਪੱਖਾ ਚੱਲਣਾ, ਸੰਗਤ ਜਦੋਂ ਬੈਠੀ ਆ, ਸੰਗਤ ਬੈਠੀ ਪੱਖਾ ਚੱਲਣਾ, ਉਹਨਾਂ ਵਾਸਤੇ ਲੰਗਰ ਤਿਆਰ ਕਰਨਾ, ਉਹਨਾਂ ਵਾਸਤੇ ਆਏ ਗਏ ਵਾਸਤੇ ਬਿਸਤਰਾ ਤਿਆਰ ਕਰਨਾ। ਵੇਖੋ ਨਾ, ਜਦੋਂ ਭਗਤ ਪੂਰਨ ਸਿੰਘ ਹੋਰੀ ਗਏ ਨੇ, ਮੈਂ ਨਾਲ ਜੋੜਦਾ ਥੋੜੀ ਸਾਖੀ ਦੇ ਜੀ, ਭਗਤ ਪੂਰਨ ਸਿੰਘ ਜੀ ਮਾਤਾ ਵੈਸ਼ਨੋ ਦੇ ਜਾਂਦੇ ਹੁੰਦੇ ਸੀ ਜੀ। ਜਦੋਂ ਉਹ ਗਏ ਇੱਕ ਮੰਦਿਰ 'ਚ, ਰਸਤੇ 'ਚ ਗਏ ਤੇ ਮੰਦਿਰ ਦੇ ਵਿੱਚ ਮੰਦਿਰ ਵਾਲੇ ਇੰਨੀ ਗੱਲ ਕਹਿਣ ਲੱਗੇ ਵੀ ਭਾਈ ਤੂੰ ਸਵੇਰ ਦਾ ਲੱਗਾ ਨਾ ਖਾਧਾ ਪੀਤਾ, ਕੋਈ ਸੇਵਾ ਕਰਦਾ, ਤੂੰ ਜਾ। ਉਹ ਕਹਿੰਦਾ ਜੀ ਮੈਂ ਰਾਤ ਇੱਥੇ ਪੈ ਰਹਿੰਦਾ। ਬਿਲਕੁਲ ਨਹੀਂ, ਇੱਥੇ ਮੰਦਿਰ 'ਚ ਕੋਈ ਜਗ੍ਹਾ ਨਹੀਂ ਹੈਗੀ। ਤੇ ਭਗਤ ਪੂਰਨ ਸਿੰਘ ਨੂੰ ਕਹਿਣ ਲੱਗਾ, ਕੋਈ ਕਹਿੰਦਾ ਜੀ ਲਾਗੇ ਗੁਰਦੁਆਰਾ ਹੈਗਾ ਕਰਤਾਰਪੁਰ ਸਾਹਿਬ, ਉੱਥੇ ਚੱਲ ਜਾਓ ਜੀ। ਉੱਥੇ ਗਏ, ਉੱਥੇ ਥੋੜ੍ਹਾ ਸੇਵਾ ਕੀਤੀ ਤੇ ਉੱਥੋਂ ਆਵਾਜ਼ ਦਿੱਤੀ ਗਈ ਕਿ ਜਿਹੜੀ ਸੰਗਤ ਨੇ, ਜਿਹੜੇ ਵੀਰ ਨੇ, ਜਿਹੜੀ ਭੈਣ ਨੇ ਇੱਥੇ ਰਹਿਣਾ ਵਾ, ਉਹ ਇੱਥੋਂ ਆ ਕੇ ਆਪਣਾ ਚਾਦਰ ਤੇ ਸਰਾਣਾ ਲੈ ਲੈ ਜੀ। ਤੇ ਉਹ ਜਿਹੜੇ ਹੈ ਵੇਸੀ ਹਿੰਦੂ ਪਰਿਵਾਰ ਨਾਲ ਸੰਬੰਧ ਸੀਗੇ ਭਗਤ ਪੂਰਨ ਜੀ, ਉਹ ਫਿਰ ਜਿਹੜੇ ਸੀ ਤੋਂ ਪ੍ਰਭਾਵਿਤ ਹੋ ਕੇ ਜਿਹੜੀ ਸਿੱਖ ਪਰਿਵਾਰ ਸੱਜੇ, ਸਿੱਖ ਪਰਿਵਾਰ ਸੱਜ ਕੇ ਉਹਨਾਂ ਨੇ ਬੜੀ ਘਾਲਣਾ ਘਾਲੀ ਤੇ ਬੜੀ ਸੇਵਾ ਕੀਤੀ ਜੀ। ਇਸ ਕਰਕੇ ਸੇਵਾ ਦਾ ਸੰਕਲਪ ਸੀ। ਗੁਰੂ ਨਾਨਕ ਗੁਰੂ ਅੰਗਦ ਅਮਰਦਾਸ ਪਾਤਸ਼ਾਹ ਨੇ ਸੇਵਾ ਬਹੁਤ ਕੀਤੀ ਗੁਰੂ ਘਰ ਦੇ ਵਿੱਚ ਜੀ। ਉਹ ਸੇਵਾ ਦੇ ਫਲ ਉਹਨਾਂ ਨੂੰ ਮਿਲਿਆ ਜਿਹੜਾ 1552 ਦੇ ਵਿੱਚ ਉਹਨਾਂ ਨੂੰ ਗੱਦੀ ਮਿਲੀ। ਗੱਦੀ ਮਿਲਣ ਤੋਂ ਬਾਅਦ ਦੇ ਵਿੱਚ ਮਹਾਨ ਕਾਰਜਾਂ ਦੀ ਜੇਕਰ ਗੱਲ ਕਰੀਏ, ਜਿਵੇਂ ਤੁਸੀਂ ਗੱਲ ਕੀਤੀ ਕਿ ਲੰਗਰ ਨੂੰ ਤਰਤੀਬਵਾਰ ਕੀਤਾ, ਹੋਰ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਵਾਸਤੇ ਕਿਹੜੇ ਕੰਮ ਕੀਤੇ, ਜਿਸ ਦੇ ਵਿੱਚ ਇੱਕ ਜ਼ਿਕਰ ਆਉਂਦਾ ਵਾ 22 ਮੰਜੀਆਂ ਜਿਹੜੀਆਂ ਵਾ ਉਹਨਾਂ ਦਾ ਵੀ ਜ਼ਿਕਰ ਆਉਂਦਾ। ਉਹ ਸਿਸਟਮ ਕੀ ਸੀ ਮੰਜੀਆਂ ਦਾ, ਕਿਵੇਂ ਕੰਮ ਕਰਦੇ ਸਨ? ਇਹ ਮੰਜੀਆਂ ਜਿਵੇਂ ਮਹੰਤਾਂ ਦੀਆਂ ਮੰਜੀਆਂ, ਮਸੰਦ ਜਿਹਨੇ ਕਹਿੰਦੇ ਸੀ, ਮਹੰਤ ਸੀ, ਮਸੰਦ ਸੀ, ਉਹਨਾਂ ਦਾ ਤਰੀਕਾ ਸੀ ਵੀ ਇਹ ਪ੍ਰਚਾਰਕ ਸੀ ਉਹਨਾਂ ਦੇ ਜੀ। ਇਹ ਪਿੰਡ ਪਿੰਡ ਜਾ ਕੇ ਪ੍ਰਚਾਰ ਕਰਦੇ ਸੀ, ਲੋਕ ਦਸਵੰਧ ਵੀ ਦਿੰਦੇ ਸੀ, ਪ੍ਰਚਾਰ ਵੀ ਕਰਦੇ ਸੀ, ਸੁਣਦੇ ਵੀ ਸੀ, ਲੋਕ ਮੁੜ ਕੇ ਆਉਂਦੇ ਵੀ ਸੀਗੇ ਜੀ। ਉਹ ਦਰਬਾਰ ਨਾਲ ਜੁੜਦੇ ਵੀ ਸੀਗੇ ਜੀ। ਕਿਉਂਕਿ ਪ੍ਰਚਾਰ ਦਾ ਇੱਕੋ ਤਰੀਕਾ ਹੁੰਦਾ, ਜਦੋਂ ਤੁਸੀਂ ਇੱਕ ਧਰਮ ਨੂੰ ਸ਼ੁਰੂ ਕਰਦੇ ਹੋ, ਨਵੀਂ ਗੱਲ ਨੂੰ ਸ਼ੁਰੂ ਕਰਦੇ, ਤੁਹਾਨੂੰ ਲੋਕਾਂ ਜਾਣਾ ਪੈਂਦਾ ਜੀ। ਲੋਕ ਫਿਰ ਆਪੇ ਆਉਣੇ ਸ਼ੁਰੂ ਹੋ ਜਾਂਦੇ ਆ ਜੀ। ਉਹ ਜਿਹੜਾ ਸਭ ਤੋਂ ਵੱਡੀ ਗੱਲ ਸੀ ਸੰਕਲਪ ਇਹਨਾਂ ਦਾ। ਜੇ ਆਪਾਂ ਗੁਰੂ ਨਾਨਕ ਪਾਤਸ਼ਾਹ ਦੀ ਗੱਲ ਕਰ ਲਈ, ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਜਿਹੜਾ ਸੀ ਸਿੱਖ ਧਰਮ ਦੀ ਬੁਨਿਆਦ ਦਿੱਤੀ ਜੀ। ਗੁਰੂ ਅੰਗਦ ਦੇਵ ਪਾਤਸ਼ਾਹ ਨੇ ਸਾਨੂੰ ਗੁਰਮੁਖੀ ਲਿਪੀ ਦਿੱਤੀ ਜੀ। ਗੁਰੂ ਅਰਜਨ ਦੇਵ ਪਾਤਸ਼ਾਹ ਨੇ ਸਾਨੂੰ ਜਿਹੜੇ ਸੀ 22 ਮੱਛੀਆਂ ਤੇ ਲੰਗਰ ਤੇ ਪੰਗਤ ਤੇ ਸੰਗਤ ਦੀ ਜਿਹੜੀ ਸੀ ਉਹ ਵਰਦਾਨ ਦਿੱਤਾ ਜੀ। ਗੁਰੂ ਰਾਮਦਾਸ ਪਾਤਸ਼ਾਹ ਨੇ ਸਾਨੂੰ ਜਿਹੜੇ ਸੀ ਸਰੋਵਰ ਦਿੱਤਾ, ਅੰਮ੍ਰਿਤ ਸਰੋਵਰ ਦਿੱਤਾ। ਗੁਰੂ ਅਰਜਨ ਦੇਵ ਪਾਤਸ਼ਾਹ ਨੇ ਕਿਹਾ ਵੀ ਧਰਮ ਦੀ ਖਾਤਰ ਸ਼ਹਾਦਤ ਦੇਣੀ ਪਵੇ ਤੇ ਕੋਈ ਪਿੱਛੇ ਨਹੀਂ ਹਟਣਾ ਜੀ। ਨਾਲ ਗੁਰਬਾਣੀ ਦਿੱਤੀ ਸਾਨੂੰ ਜੀ ਜੀ। ਗੁਰੂ ਹਰਗੋਬਿੰਦ ਪਾਤਸ਼ਾਹ ਜਿਹੜਾ ਸੀ ਸਾਨੂੰ ਅਕਾਲ ਤਖਤ ਦੀ ਸਿਰਜਣਾ ਕਰਕੇ ਦਿੱਤੀ ਜੀ। ਨਾਲ ਵੀ ਕਹਿਤਾ ਵੀ ਜੇ ਜ਼ੁਲਮ ਤੇ ਜ਼ਲਮ ਦਾ ਟਾਕਰਾ ਕਰਨਾ ਪਵੇ ਤੇ ਪਿੱਛੇ ਨਹੀਂ ਹਟਣਾ। ਗੁਰੂ ਹਰਿਰਾਏ ਪਾਤਸ਼ਾਹ ਨੇ ਸਾਨੂੰ ਵਾਤਾਵਰਨ ਦੇ ਦਿੱਤਾ ਜੀ, ਦੁਆ ਖਾਨਾ ਦਿੱਤਾ ਜੀ। ਗੁਰੂ ਹਰਕ੍ਰਿਸ਼ਨ ਸਾਹਿਬ ਨੇ ਜਿਹੜੇ ਸੀ ਉਹਨਾਂ ਨੇ ਕਹਿ ਦੱਸਿਆ ਵੀ ਗੁਰੂ ਦੀ ਕੋਈ ਉਮਰ ਨਹੀਂ ਹੁੰਦੀ ਜੀ, ਗਿਆਨ ਤੇਰਾ ਤੁਹਾਨੂੰ ਕਿਸੇ ਵੀ ਉਮਰ 'ਚ ਹੋ ਸਕਦਾ ਵਾ। ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਕਹਿ ਦਿੱਤਾ ਵੀ ਵੇਖੋ ਜੀ, ਸਿੱਖ ਦਾ ਫਰਜ਼ ਬਣਦਾ ਸਿਰਫ ਆਪਣੇ ਲਈ ਨਹੀਂ, ਦੂਸਰੇ ਧਰਮ ਵਾਸਤੇ ਵੀ ਆਪਣੀ ਕੁਰਬਾਨੀ ਦੇਣੀ ਪਵੇ ਤੇ ਪਿੱਛੇ ਨਹੀਂ ਹਟਣਾ ਜੀ। ਤੇ 10ਵੇਂ ਪਾਤਸ਼ਾਹ ਨੇ ਖਾਲਸਾ ਪੰਥ ਦਿੱਤਾ। ਇਸ ਕਰਕੇ ਹਰ ਗੁਰੂ ਦਾ 239 ਸਾਲ ਦੇ ਜਿਹੜੇ ਰਕਬੇ ਸਾਲਾਂ ਦੇ ਵਿੱਚ ਜੀ, ਗੁਰੂ ਸਾਹਿਬ ਨੇ ਦੁਨੀਆ ਦੀ ਕੋਈ ਵੀ ਚੀਜ਼ ਵਾਸਤੇ ਨਹੀਂ ਰਹਿਣ ਦਿੱਤੀ ਜੀ। ਹਰ ਪਾਸੇ ਨੂੰ ਟੋਇਆ ਤੇ ਹਰ ਪਾਸੇ ਨੂੰ ਜਿਹੜਾ ਸੀ ਉਹ ਆਪਣੇ ਗੁਰਸਿੱਖਾਂ ਨੂੰ ਜਿਹੜੇ ਸੀ ਵਰਦਾਨ ਦਿੱਤਾ ਜੀ। ਇਸ ਕਰਕੇ ਗੁਰੂ ਅਮਰਦਾਸ ਪਾਤਸ਼ਾਹ ਦੀ ਗੱਲ ਕਰੀਏ, 22 ਮੰਜੀਆਂ ਇੱਕ ਬੜੀ ਵੱਡੀ ਦੇਣ ਸੀ ਉਹਨਾਂ ਦੀ। ਪੱਟੀ ਸਾਹਿਬ, ਮੰਜੀ ਜਿਹੜੀ ਸੀਗੀ, ਮੰਜੀ ਦੇ ਉੱਤੇ ਬੈਠ ਕੇ ਜਿਹੜਾ ਪ੍ਰਚਾਰਕ ਸੀਗਾ ਉਹ ਪ੍ਰਚਾਰ ਕਰਦਾ ਸੀ। ਮੰਜੀ ਦਾ ਕਿਵੇਂ ਜੁੜਦਾ ਹੈ ਜੀ? ਮੰਜੀ ਦਾ ਮਤਲਬ ਹੁੰਦਾ ਵੀ ਇੱਕ ਏਰੀਆ ਦੇਤਾ ਤੁਹਾਨੂੰ ਵੀ ਇਸ ਏਰੀਏ 'ਚ ਇਹ ਬੰਦਾ ਪ੍ਰਚਾਰ ਕਰੇਗਾ, ਇਸ ਏਰੀਏ 'ਚ ਇਹ ਪ੍ਰਚਾਰ ਕਰੇਗਾ, ਇਸ ਏਰੀਏ 'ਚ ਉਹਨੂੰ ਮੰਜੀ ਕਿਹਾ ਗਿਆ ਜੀ। ਇਹ ਨਹੀਂ ਗੱਲ ਤੁਸੀਂ ਮੰਜੀ ਤੇ ਬੈਠ ਕੇ ਪ੍ਰਚਾਰ ਕਰਨਾ ਜੀ, ਉਹਨੂੰ ਮੰਜੀ ਕਿਹਾ ਗਿਆ। ਇੱਕ ਮੰਜੀ ਹੈ, ਇੱਕ ਮੰਜੀ ਤਾਂ ਤੁਸੀਂ ਜਗ੍ਹਾ ਹੈ, ਪੀਣੀ ਮੱਝਾਂ ਵਜ੍ਹਾ ਹੈਗੀ। ਇੱਕ ਵਾਰ ਕਿਸੇ ਪੜ੍ਹਿਆ ਆ ਕਿ ਜਿਹੜਾ ਪ੍ਰਚਾਰਕ ਸੀਗਾ ਉਹਦੇ ਕੋਲ ਇੱਕ ਮੰਜੀ ਹੁੰਦੀ ਸੀ ਜਿਸ ਤੇ ਉਹ ਬੈਠ ਜਾਂਦਾ ਸੀ ਤੇ ਆਲੇ ਦੁਆਲੇ ਲੋਕ ਬੈਠ ਜਾਂਦੇ ਸੀ। ਕਹਿ ਸਕਦੇ ਆਮ ਤੌਰ ਤੇ ਪ੍ਰਚਾਰਕ ਉੱਚੀ ਥਾਂ ਤੇ ਬੈਠ ਜਾਂਦੇ ਆ, ਇਹ 'ਚ ਕੋਈ ਸੱਚ ਨਹੀਂ। ਮੰਜੀ ਦੀ ਜਗ੍ਹਾ ਕੋਈ ਟੇਬਲ ਤਾਂ ਹੀ ਬੈਠ ਜਾਣਗੇ, ਮੰਜੀ ਕੋਲ ਬੈਂਚ ਤਾਂ ਹੀ ਬੈਠ ਜਾਣਗੇ, ਮਤਲਬ ਉੱਚੀ ਜਗ੍ਹਾ ਬੈਠ ਕੇ ਪ੍ਰਚਾਰ ਕਰਦੇ ਨੇ, ਇਸ ਕਰਕੇ ਮੰਜੀ ਕਿਹਾ ਗਿਆ ਜੀ ਜੀ। ਹੋਰ ਗੱਲ ਕੀਤੀ ਜਾਵੇ ਤਾਂ ਧਰਮ ਦੇ ਪ੍ਰਚਾਰ ਪ੍ਰਸਾਰ ਵਾਸਤੇ ਗੁਰੂ ਸਾਹਿਬ ਨੇ ਕੀ ਕੁਝ ਕੀਤਾ ਤੇ ਕਿਵੇਂ ਦੇ ਪੂਰਨੇ ਜਿਹੜੇ ਆ ਉਹ ਪਾਏ,
ਗੁਰੂ ਸਾਹਿਬ ਨੇ ਆਪਣੇ ਜੀਵਨ ਕਾਲ ਦੇ ਵਿੱਚ ਤੇ ਕਾਫੀ ਬਿਰਧ ਅਵਸਥਾ ਦੇ ਵਿੱਚ ਜਾ ਕੇ ਉਹਨਾਂ ਨੂੰ ਜਿਵੇਂ ਗੁਰਗੱਦੀ ਮਿਲੀ ਤਾਂ ਉਦੋਂ ਉਹਨਾਂ ਨੇ ਜਿਹੜੇ ਕੰਮ ਕੀਤੇ? ਵੇਖੋ ਜੀ, ਉਹਨਾਂ ਦੀ ਅੱਖ ਇੰਨੀ ਪਾਰਖੂ ਸੀਗੀ ਜੀ। ਜਦੋਂ ਭਾਈ ਜੇਠਾ ਜੀ ਜੀ ਜਿਹੜੇ ਗੁਰੂ ਰਾਮਦਾਸ ਜੀ ਬਾਅਦ 'ਚ ਬਣੇ ਆ, ਜੀ, ਜਿਹੜੇ ਚੂਨਾ ਮੰਡੀ ਲਾਹੌਰ ਪੈਦਾ ਹੋਏ ਸੀਗੇ, ਜੀ, ਤੇ ਉਹਨਾਂ ਦੇ ਬਚਪਨ ਦੇ ਵਿੱਚ ਮਾਤਾ ਪਿਤਾ ਚੜ੍ਹਾਈ ਕਰ ਗਏ ਤੇ ਨਾਨੀ ਦੇ ਨਾਲ ਉਹ ਬਾਸਰ ਕੇ ਆ ਗਏ ਸੀ। ਜੀ। ਤੇ ਬਾਸਰ ਕੇ ਆ ਕੇ ਜਦੋਂ ਉਹਨਾਂ ਨੇ ਉੱਥੇ ਰਹੇ ਤੇ ਪਰਿਵਾਰ ਗਰੀਬ ਸੀਗਾ, ਜੀ, ਘੁੰਮਣੀਆਂ ਵੇਚਣੀਆਂ ਸ਼ੁਰੂ ਕੀਤੀਆਂ ਤੇ ਸਹਿਜੇ ਸਹਿਜੇ ਜਿਹੜੀ ਨਾਨੀ ਦੇ ਨਾਲ ਜਿਹੜੇ ਅਸੀਂ ਗੁਰੂ ਸਾਹਿਬ ਕੋਲ ਜਾਣ ਲੱਗ ਪਏ। ਮੁੜ ਕੇ ਉੱਥੇ ਰਹਿ ਗਏ, ਉੱਥੇ ਘੁੰਮਣੀਆਂ ਵੇਚਣੀਆਂ, ਉੱਥੇ ਗੁਜ਼ਾਰਾ ਕਰਨਾ, ਉੱਥੇ ਹੀ ਸੇਵਾ ਕਰਨੀ, ਉੱਥੇ ਕਰਨਾ। ਜੀ। ਤੇ ਗੁਰੂ ਸਾਹਿਬ ਨੇ ਵੇਖ ਲਿਆ ਵੀ ਇਹ ਪਾਰਖੂ ਆ ਕੇ ਵੀ ਇਹ ਮੁੰਡਾ ਬੜਾ ਹੋਣਹਾਰ ਹੋਏਗਾ। ਤੇ ਜਦੋਂ ਉਹਨਾਂ ਨੇ ਆਪਣੇ ਇੱਕ ਸਾਥੀ ਨੂੰ ਕਿਹਾ, ਜਦੋਂ ਪਿਛਲੇ ਜ਼ਮਾਨੇ 'ਚ ਲਾਗੀ ਹੁੰਦੇ ਸੀ ਵੀ ਤੁਸੀਂ ਜਾ ਕੇ ਵੇਖਿਓ ਵੀ ਵੀਰ ਭਾਨੀ ਵਾਸਤੇ ਕੋਈ ਵਾਰ ਵੇਖ ਕੇ ਆਓ, ਤੇ ਉਹਨਾਂ ਨੇ ਜਦੋਂ ਇੰਨੀ ਗੱਲ ਕਈ ਵਾਰ ਨੇ ਜੀ ਬਾਬਾ ਜੀ ਕਿ ਇਸ ਤਰ੍ਹਾਂ ਦਾ ਮੁੰਡਾ ਹੋਵੇ ਜਿਹੜਾ ਘੁੰਮਣੀਆਂ ਵਿੱਚ ਰਿਹਾ। ਤੇ ਗੁਰੂ ਸਾਹਿਬ ਦੀ ਅੱਖ ਬੜੀ ਪਾਰਖੂ ਸੀ, ਕਹਿੰਦੇ ਵੀ ਇਸ ਤਰ੍ਹਾਂ ਦਾ ਨਹੀਂ, ਹੁਣ ਇਹੋ ਹੀ ਹੋਏਗਾ। ਇਹ ਬੜੀ ਵੱਡੀ ਗੱਲ ਸੀ ਉਹਨਾਂ ਦੀ। ਬੀਬੀ ਦਾਨੀ ਤੇ ਬੀਬੀ ਭਾਨੀ, ਬੀਬੀ ਦਾਨੀ ਦਾ ਜਿਹੜਾ ਹੈਗਾ ਸੀ ਘਰ ਵਾਲਾ ਰਾਮਾ ਜੀ, ਇਹਨਾਂ ਦਾ ਜੇਠਾ ਜੀ ਜਿਹੜੇ ਬਾਅਦ 'ਚ ਗੁਰੂ ਰਾਮਦਾਸ ਜੀ ਬਣੇ, ਇਸ ਕਰਕੇ ਉਹਨਾਂ ਦੀ ਅੱਖ ਬੜੀ ਪਾਰਖੂ ਸੀ। ਅੱਖ ਪਾਰਖੂ ਕਰਕੇ ਉਹਨਾਂ ਗੁਰੂ ਰਾਮਦਾਸ ਜੀ ਨੂੰ ਪਛਾਣ ਕੀਤੀ ਜੀ, ਤੇ ਚੌਥੇ ਗੁਰੂ ਸਾਹਿਬ ਦਾ ਨਾਮ ਦਰਜਾ ਦਿੱਤਾ ਜੀ। ਫਿਰ ਅੰਤਿਮ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਅੰਤਿਮ ਸਮਾਂ ਜਿਹੜਾ ਆ ਉਹਨਾਂ ਦਾ ਕਿਵੇਂ ਬੀਤਿਆ ਤੇ ਕਦੋਂ ਉਹਨਾਂ ਨੇ ਜੋਤੀ ਜੋਤ ਸਮਾਉਂਦੇ ਆ ਤੇ ਫਿਰ ਗੁਰਗੱਦੀ ਜਿਹੜੀ ਆ ਗੁਰੂ ਰਾਮਦਾਸ ਮਹਾਰਾਜ ਜੀ ਦੇ ਕੋਲ ਜਾਂਦੀ ਆ? ਵੇਖੋ ਜੀ, 22 ਸਾਲ ਉਹ ਗੁਰੂ ਸਾਹਿਬ ਰਹਿ ਲੈ ਗੱਦੀ ਤੇ ਬਿਰਾਜਮਾਨ ਜੀ। 22 ਸਾਲ ਜਿਹੜੀ ਹੁਣ ਆਪਾਂ ਜੇ ਗੱਲ ਕਰੀਏ ਵੀ ਜਦੋਂ ਸੰਗਤਾਂ ਨੇ ਜਾ ਕੇ ਸ਼ਿਕਾਇਤ ਕੀਤੀ ਜੀ ਅੰਮ੍ਰਿਤਸਰ ਜਿਹੜੀ ਸਾਡੀ ਉਦੋਂ ਅੰਮ੍ਰਿਤਸਰ ਤਾਂ ਹੈ ਨਹੀਂ ਸੀ ਜੀ, ਇੱਥੇ ਪਿੰਡ ਹੀ ਹੁੰਦੇ, ਛੋਟੇ ਛੋਟੇ ਪਿੰਡ ਹੁੰਦੇ ਸੀਗੇ ਜੀ। ਉਹਨਾਂ ਕਹਿੰਦੇ ਸਾਡੇ ਇਲਾਕੇ 'ਚ ਦਿੱਕਤ ਬੜੀ ਪਾਣੀ ਦੀ। ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਉੱਥੋਂ ਗੋਇੰਦਵਾਲ ਸਾਹਿਬ ਬੈਠਿਆ ਗੁਰੂ ਰਾਮਦਾਸ ਜੀ ਨੂੰ, ਜਦੋਂ ਜੇਠਾ ਜੀ ਹੁੰਦੇ ਸੀਗੇ, ਇਹਨਾਂ ਨੂੰ ਆਦੇਸ਼ ਦਿੱਤੇ ਤੁਸੀਂ ਵੀ ਉਸ ਜਗ੍ਹਾ ਤੇ ਜਾਓ, ਜਾ ਕੇ ਤੇ ਉੱਥੇ ਇਸ ਜਗ੍ਹਾ ਤੇ ਇੰਨੀ ਜਗ੍ਹਾ ਮਿਣ ਕੇ ਤੇ ਉੱਥੇ ਜਿਹੜੀ ਛਪੜੀ ਹੈ ਨਾ, ਜਿਹੜੀ ਢਾਬ ਆ, ਉਹਨੂੰ ਸਫਾਈ ਕਰਾਓ ਤਾਂ ਕਿ ਉੱਥੇ ਪਾਣੀ ਇਕੱਠਾ ਕੀਤਾ ਜਾ ਸਕੇ ਜੀ। ਤੇ ਪਹਿਲਾ ਸਰੋਵਰ ਜਿਹੜਾ ਸੰਤੋਖ ਸਾਹਿਬ ਜਿਹਨੂੰ ਟਾਹਲੀ ਸਾਹਿਬ ਆਪਾਂ ਕਹਿੰਦੇ ਆ ਜੀ, ਉਹ ਗੁਰੂ ਅਮਰਦਾਸ ਪਾਤਸ਼ਾਹ ਦੇ ਕਹਿਣ ਦੇ ਉੱਤੇ ਭਾਈ ਜੇਠਾ ਜੀ ਨੇ ਇੱਥੇ ਆ ਕੇ ਤੇ ਖੁਦਾਈ ਕਰਾਈ ਸੀ ਜੀ। ਮਤਲਬ ਇੰਨੀ ਅੱਖ ਪਾਰਖੂ ਸੀ ਉਹਨਾਂ ਦੀ ਜੀ ਕਿ ਲੋਕਾਂ ਨੂੰ ਜੇ ਪਾਣੀ ਦੀ ਲੋੜ ਆ ਤੇ ਪਾਣੀ ਦਿੱਤਾ ਜਾਣਾ ਚਾਹੀਦਾ ਜੀ। ਉਹਦੇ ਵਿੱਚ ਜਦੋਂ ਇਹ ਖੁਦਾਈ ਕਰਾਈ ਸੀ ਤੇ ਫਿਰ ਖੁਦਾਈ ਅਧੂਰੀ ਸੀ ਤੇ ਗੁਰੂ ਰਾਮਦਾਸ ਜੀ ਦੀ ਸਿਹਤ ਜਿਹੜੀ ਕੁਝ ਢਿੱਲੀ ਰਹਿਣ ਲੱਗ ਪਈ ਜੀ, ਤਾਂ ਉਹਨਾਂ ਭਾਈ ਜੇਠਾ ਜੀ ਨੂੰ ਆਪਣੇ ਕੋਲ ਬੁਲਾ ਲਿਆ ਜੀ। ਆਪਣੇ ਕੋਲ ਬੁਲਾਉਣ ਤੋਂ ਬਾਅਦ ਉਹਨਾਂ ਨੇ ਫਿਰ ਜਿਹੜਾ ਸੀ ਭਾਈ ਜੇਠਾ ਜੀ ਨੂੰ ਜਿਹੜਾ ਸੀ ਮੁੜ ਕੇ ਬਾਅਦ 'ਚ ਕਿਹਾ ਵੀ ਤੁਸੀਂ ਉਹਨੂੰ ਛੱਡ ਕੇ ਇੱਕ ਹੋਰ ਇੰਨੀ ਦੂਰੀ 'ਤੇ ਉੱਥੇ ਹੋਰ ਢਾਬ ਹੈਗੀ, ਉਹਦੀ ਸਫਾਈ ਕਰਾਓ। ਸਫਾਈ ਕਰਾਉਣ ਤੋਂ ਬਾਅਦ ਜਦੋਂ ਉਹਨਾਂ ਦੀ ਤਬੀਅਤ ਜ਼ਿਆਦਾ ਵਿਗੜ ਗਈ ਤਾਂ ਉਹਨਾਂ ਭਾਈ ਜੇਠਾ ਜੀ ਨੂੰ ਬੁਲਾਇਆ ਜੀ। ਤੇ 22 ਸਾਲ ਬਾਅਦ 1574 ਦੇ ਵਿੱਚ ਜਿਹੜੇ ਸੀਗੇ ਉਹ 95 ਸਾਲ ਦੀ ਉਮਰ 'ਚ ਜੋਤੀ ਸਮਾਏ ਜੀ, ਤੇ ਆਪਣੀ ਗੱਦੀ ਜਿਹੜੀ ਆ ਗੁਰੂ ਰਾਮਦਾਸ ਜੀ ਸੌਂਪੀ ਉਹਨਾਂ ਜੀ। ਇਹ ਵੀ ਜ਼ਿਕਰ ਆਉਂਦਾ ਇਤਿਹਾਸ ਦੇ ਵਿੱਚ ਕਿ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੀ ਨਿਸ਼ਾਨਦੇਹੀ ਜਿਹੜੀ ਆ ਉਹ ਵੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਕੀਤੀ, ਜਿਸ ਤੋਂ ਬਾਅਦ ਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਜੀ, ਮੈਂ ਤੁਹਾਨੂੰ ਪਹਿਲਾਂ ਕਹਿਤਾ ਜੀ, ਉਹਨਾਂ ਨੇ ਇੰਨੀ ਗੱਲ ਕਹੀ ਗੁਰੂ ਅਮਰਦਾਸ ਜੀ ਨੇ ਵੀ ਤੁਸੀਂ ਹੁਣ ਉਹ ਸੇਵਾ ਛੱਡ ਦਿਓ ਜੀ, ਤੁਸੀਂ ਉਹਦੇ ਲਾਗੇ ਇੰਨੀ ਦੂਰੀ ਤੇ ਇੱਕ ਹੋਰ ਢਾਬ ਹੈਗੀ ਉਹਦੀ ਖਲਾਈ ਕਰੋ ਜੀ। ਕਹਿੰਦੇ ਵੀ ਭਾਵ ਗੁਰੂ ਅਮਰਦਾਸ ਜੀ ਦੇ ਜਿਹੜੇ ਸੀ ਜਿੱਥੇ ਬੌਲੀ ਉੱਥੇ ਲਵਾਈ 84 ਪੌੜਾਂ ਵਾਲੀ ਜਿਹੜੀ ਲਵਾਈ ਹੈ ਉੱਥੇ, ਜਿਹਦੇ ਬਾਰੇ ਲੋਕਾਂ ਦੇ ਵਿੱਚ ਇਹ ਧਾਰਨਾ ਪਾਈ ਜਾ ਰਹੀ ਹੈ ਵੀ ਹਰ ਇੱਕ ਪੌੜੀ 'ਤੇ ਬੈਠ ਕੇ ਇਸ਼ਨਾਨ ਕਰਕੇ ਜਿਹੜਾ ਵਿਅਕਤੀ ਜਪਜੀ ਸਾਹਿਬ ਦਾ ਪਾਠ ਕਰਕੇ ਲਗਾਤਾਰ 84 ਪੌੜੀਆਂ 'ਤੇ ਪਾਠ ਕਰਦਾ ਤਾਂ ਉਹਦੀ 84 ਕੱਟੀ ਜਾਂਦੀ ਜੀ। ਇਹ ਲੋਕਾਂ 'ਚ ਧਾਰਨਾ ਵਾ ਜੀ। ਤੇ ਗੁਰੂ ਸਾਹਿਬ ਨੇ ਬੌਲੀ ਲਵਾਉਣ ਤੋਂ ਬਾਅਦ ਫਿਰ ਇੱਥੇ ਵੀ ਜਿਹੜਾ ਸੀ ਇਹ ਸਰੋਵਰ ਦੀ ਪਹਿਲੀ ਸੰਤੋਖ ਸਾਹਿਬ ਤੇ ਮੁੜ ਕੇ ਦੂਸਰਾ ਜਿਹੜਾ ਸੀ ਅੰਮ੍ਰਿਤਸਰ ਸਰੋਵਰ ਜਿਹੜਾ ਵਾ ਜੀ, ਉਹਦੀ ਖੁਦਵਾਈ ਜਿਹੜੀ ਸੀ ਉਹ ਗੁਰੂ ਸਾਹਿਬ ਦੇ ਕਹਿਣ ਤੋਂ ਸ਼ੁਰੂ ਕੀਤੀ ਗਈ ਸੀ। ਬਾਅਦ ਵਿੱਚ ਪੂਰੀ ਗੁਰੂ ਰਾਮਦਾਸ ਦੇ ਬਾਅਦ 'ਚ ਹੋਈ ਆ, ਲੇਕਿਨ ਸ਼ੁਰੂ ਉਹਨਾਂ ਦੇ ਹੁੰਦੇ ਕਰਵਾ ਦਿੱਤੀ ਗਈ ਸੀ ਜੀ। ਜੇਕਰ ਅੱਜ ਦੀ ਗੱਲ ਕਰੀਏ ਪੱਟੀ ਸਾਹਿਬ, ਤਾਂ ਅੱਜ ਸਿੱਖੀ ਦੀ ਗੱਲ ਕਰੀਏ ਤਾਂ ਅੱਜ ਬਹੁਤ ਕੁਝ ਵੱਖਰਾ ਹੋ ਚੁੱਕਾ। ਜਿਵੇਂ ਪਹਿਲਾਂ ਸੇਵਾ ਦਾ ਸੰਕਲਪ ਸੀਗਾ, ਅੱਜ ਸੇਵਾ ਤੋਂ ਵੀ ਜਿਹੜੇ ਸਿੱਖ ਆ ਉਹ ਟੁੱਟ ਰਹੇ ਆ, ਦਸਵੰਧ ਤੋਂ ਵੀ ਟੁੱਟ ਰਹੇ ਆ। ਤੇ ਉਸ ਦੇ ਨਾਲ ਗੱਲ ਕੀਤੀ ਜਾਵੇ ਤਾਂ ਪਹਿਲਾਂ ਬਰਤਨ ਸਾਫ਼ ਕਰਨ ਦੀ ਜਿਹੜੀ ਗੱਲ ਹੈ ਉਹ ਚੱਲਦੀ ਸੀ, ਅੱਜ ਕੱਲ੍ਹ ਜ਼ਿਆਦਾਤਰ ਦੇਖਿਆ ਜਾਵੇ ਤਾਂ ਸੇਵਾ ਆਪਣੇ ਆਪ ਖਤਮ ਕੀਤੀ ਜਾ ਰਹੀ ਹੈ। ਡਿਸਪੋਜ਼ੇਬਲ ਚੀਜ਼ਾਂ ਜਿਹੜੀਆਂ ਆ ਉਹ ਵਰਤੀਆਂ ਜਾ ਰਹੀਆਂ, ਉਹ ਚੱਲ ਰਹੀਆਂ ਨੇ। ਜਿਹੜੀ ਅਸੀਂ ਬਾਣੀ ਤੇ ਬਾਣੀ ਤੋਂ ਟੁੱਟ ਚੁੱਕੇ ਹਾਂ ਜੀ। ਜੇ ਗੁਰੂ ਅਮਰਦਾਸ ਜੀ ਦੀ ਗੱਲ ਕਰੀਏ ਤੇ 907 ਸ਼ਬਦ ਹੈ 17 ਰਾਗਾਂ ਦੇ ਵਿੱਚ, 17-18 ਰਾਗਾਂ ਚ ਜੀ। ਤੇ ਬੜੀ ਤਕੜਾ ਖਜ਼ਾਨਾ ਵਾ ਜਿਹੜਾ ਇਹਨਾਂ ਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਦਰਜ ਹੈ, ਗੁਰੂ ਜੀ ਨੇ ਪਾਤਸ਼ਾਹ ਦਰਜ ਕੀਤਾ ਜੀ।
ਜਿਹੜੀ ਤੁਸੀਂ ਸੇਵਾ ਦੇ ਸੰਕਲਪ ਦੀ ਗੱਲ ਕੀਤੀ ਉਹਦੇ 2-3 ਕਾਰਨ ਜੀ। ਇੱਕ ਕਾਰਨ ਤੇ ਇਹ ਆ ਵੀ ਭੀੜ ਭੜੱਕਾ ਬੜਾ ਹੋ ਗਿਆ, ਦੂਸਰੀ ਚੀਜ਼ ਸਾਡੇ ਕੋਲ ਟਾਈਮ ਹੈ ਨਹੀਂ, ਤੀਸਰਾ ਚੀਜ਼ ਇਹ ਆ ਵੀ ਹੁਣ ਇਸ ਵੇਲੇ ਜਿਹੜੀ ਉਹ ਸੇਵਾ ਅਸੀਂ ਕਰਦੇ ਸੀ, ਹੱਥ ਨਾਲ ਸੇਵਾ ਕਰਦੇ, ਕਿਰਤ ਕਰਦੇ ਜੀ, ਉਹ ਕਿਰਤ ਕਰਨ ਤੋਂ ਅਸੀਂ ਭੱਜਦੇ ਜਾ ਰਹੇ ਹਾਂ, ਲੋਪ ਹੁੰਦੇ ਜਾ ਰਹੇ ਹਾਂ। ਅੱਜ ਅਸੀਂ ਕਹਿੰਦੇ ਆ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਕੀਤੀ ਗਿਆ ਸੀ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ, 3 ਗੱਲਾਂ ਕਹੀਆਂ ਸੀ। ਅਸੀਂ ਤਿੰਨਾਂ ਨੂੰ ਭੱਜਦੇ ਰਹੇ। ਕਿਰਤ ਕਰਕੇ ਅਸੀਂ ਖੁਸ਼ ਨਹੀਂ, ਨਾਮ ਜਪਣ ਤਿਆਰ ਨਹੀਂ, ਤੇ ਵੰਡ ਕੇ ਛਕਣ ਦੀ ਸਾਡੀ ਆਦਤ ਨਹੀਂ ਬਣੀ। ਅਸੀਂ ਕਹਿੰਦੇ ਜੋ ਕੁਝ ਲੁੱਟ ਪੁੱਟ ਕੇ ਮੇਰੇ ਜਾਂ ਮੇਰੇ ਘਰ ਆ ਜੇ, ਗੁਆਂਢੀ ਮਰ ਜੇ, ਇਹਦੀ ਜਾਇਦਾਦ ਮੈਨੂੰ ਮਿਲ ਜਾਵੇ ਜੀ। ਗੁਰੂ ਨਾਨਕ ਪਾਤਸ਼ਾਹ ਨੇ ਨਹੀਂ ਸੀ ਦਿੱਤਾ, ਨਾ ਤੇ ਸਿੱਖਾਂ ਨੂੰ ਮੰਗਤੇ ਬਣਾਇਆ ਸੀ ਜੀ, ਨਾ ਸਿੱਖਾਂ ਨੂੰ ਉਹਨਾਂ ਨੇ ਕਿਸੇ ਬੁਰਾਈ ਵਾਲੇ ਪਾਸੇ ਤੋਰਿਆ ਸੀ ਜੀ। ਉਹਨਾਂ ਚੰਗਿਆਈਆਂ ਕੀਤੀਆਂ ਸੀਗੀਆਂ ਜੀ। ਲੇਕਿਨ ਅੱਜ ਜਿਹੜੀਆਂ ਸਾਡੀਆਂ ਧਾਰਮਿਕ ਸੰਸਥਾਵਾਂ ਨੇ ਉਹ ਉਹਨਾਂ ਦਾ ਮੋਢੀ ਬੁਰਾਈ ਤੋਂ ਸ਼ੁਰੂ ਹੁੰਦਾ। ਜਿੰਨੇ ਵੀ ਤੁਸੀਂ ਡੇਰੇ ਲੈ ਲਓ, ਪੰਜਾਬ ਦੇ ਵਿੱਚ 9000 ਡੇਰੇ ਨੇ, ਉਹਨਾਂ ਡੇਰਿਆਂ 'ਚ ਕੀ ਨਹੀਂ ਹੁੰਦਾ। ਜਦੋਂ ਕਿਸੇ ਬਾਬੇ ਦੀ ਕਹਾਣੀ ਸਾਹਮਣੇ ਆਉਂਦੀ, ਕੋਈ ਨਾ ਕੋਈ ਜੁਰਤ ਕਰਕੇ ਕਰਦਾ ਤੇ ਆ ਜਾਂਦੀ ਹੈ ਜੀ, ਨਹੀਂ ਤੇ ਉਹ ਜਿਹੜੇ ਡੇਰੇ ਨੇ ਅਜਾਸੀ ਦਾ ਕੇਂਦਰ ਬਣੇ ਨੇ ਜੀ। ਉਦੋਂ ਕਾਰਸੇ ਵਾਲੇ ਬਾਬਿਆਂ ਕੋਲੇ ਏਸੀ ਗੱਡੀਆਂ ਨਹੀਂ ਸੀ ਹੁੰਦੀਆਂ, ਤੁਰ ਕੇ ਜਾਂਦੇ ਸੀ, ਤੁਰ ਕੇ ਸਾਰਾ ਕੰਮ ਕਰਦੇ ਸੀ, ਹੱਥੀਂ ਕਰਦੇ ਸੀ। ਅੱਜ ਤੇ ਜਿਹੜੀ ਸਭ ਤੋਂ ਨਵੀਂ ਗੱਡੀ ਮਾਰਕੀਟ 'ਚ ਆਉਂਦੀ, ਸਭ ਤੋਂ ਪਹਿਲਾਂ ਕਾਰਸੇ ਵਾਲੇ ਬਾਬਿਆਂ ਕੋਲ ਆਉਂਦੀ ਹੈ, ਜਿਹੜੇ ਕਹਿੰਦੇ ਜੀ ਅਸੀਂ ਨਿਸ਼ਕਾਮ ਸੇਵਾ ਕਰਦੇ ਜੀ, ਤੇ ਆਪਣੇ ਸ਼ਰਧਾਲੂ ਨੂੰ ਕਹਿੰਦੇ ਜੀ ਆਹ ਰਸੀਦ ਕੱਢੀ, ਕਿੰਨੀਆਂ ਕੱਟਾਂ ਦੀ? ਇੱਕ ਰਸੀਦ ਕਿੰਨੀ? 13000 ਦੀ ਜੀ। ਕਿੰਨੀਆਂ ਰਸੀਦ? 13 ਦੀਆਂ ਕੱਟਾਂ ਦੀਆਂ ਜੀ। ਮਤਲਬ ਲਾਈਕ ਦਿਸ, ਇਹ ਸੇਵਾ ਨਹੀਂ ਹੈਗੀ ਜੀ, ਇਹ ਲੁੱਟ। ਤੇ ਅਸੀਂ ਆਪਣੇ ਜੋ ਸੰਕਲਪ ਤੋਂ ਦੂਰ ਚਲੇ ਗਏ, ਤੇ ਫਿਰ ਤੁਸੀਂ ਆਪ ਸਿਆਣੇ ਹੋ, ਤੇ ਅਸੀਂ ਕਿਵੇਂ ਸੇਵਾ ਕਰ ਸਕਦੇ ਹਾਂ ਜੀ। ਸ਼੍ਰੋਮਣੀ ਕਮੇਟੀ ਦੀ ਤੁਸੀਂ ਗੱਲ ਲੈ ਲਓ, ਸ਼੍ਰੋਮਣੀ ਕਮੇਟੀ ਸਿੱਖਾਂ ਦੀ ਜਿਹੜੀ 9 ਨਿਹਾਲ ਜਥੇਬੰਦੀ ਹੈ, ਜਿਨ੍ਹਾਂ ਦੀ ਜਦੋਂ ਵੀ ਕਿਤੇ ਸਿੱਖ ਨੂੰ ਦੁਨੀਆ ਭਰ 'ਚ ਪ੍ਰੋਬਲਮ ਹੁੰਦੀ ਤਾਂ ਉਹਦਾ ਧਿਆਨ ਸ਼੍ਰੋਮਣੀ ਕਮੇਟੀ ਵਾਲੇ ਪਾਸੇ ਹੁੰਦਾ ਵੀ ਮੇਰੀ ਕੋਈ ਮਦਦ ਵਾਸਤੇ ਆਵੇ ਜੀ। ਇੱਥੇ ਵੀ ਸਿਰਫ ਉਹਨਾਂ ਲੋਕਾਂ ਦਾ ਹੀ ਜਿਹੜਾ ਵਾ ਸਨਮਾਨ ਮਿਲਦਾ ਵਾ, ਜਾਂ ਤਾਂ ਕੋਈ ਪੋਲੀਟੀਕਲ ਲੀਡਰ ਹੋਣ ਜਿਨ੍ਹਾਂ ਦਾ ਉੱਥੇ ਐਸਬੀਸੀ ਤੋਂ ਕੰਟਰੋਲ ਹੋਵੇ ਜੀ, ਤੇ ਜਾਂ ਫਿਰ ਵੱਡਾ ਕੋਈ ਧਨਾੜ ਹੋਵੇ ਜਿਹੜਾ 50 ਲੱਖ ਜਾਂ ਕਰੋੜ ਰੁਪਈਆ ਦੇ ਕੇ ਜਾਂਦਾ, ਉਹਦੇ ਪਿੱਛੇ ਤੁਰੇ ਫਿਰਦੇ ਆ। ਕੋਈ ਕੈਨੇਡਾ 'ਚ ਬੈਠਾ, ਕੋਈ ਅਮਰੀਕਾ 'ਚ ਬੈਠਾ, ਉਹਦੇ ਪਿੱਛੇ ਜਿਹੜੇ ਮੁਲਾਜ਼ਮ ਤੇ ਅਧਿਕਾਰੀ ਤੁਰੇ ਫਿਰਦੇ ਵੀ ਮੇਰਾ ਮੁੰਡਾ ਵੀ ਲੈ ਜਾਓ ਜੀ, ਮੇਰੀ ਕੁੜੀ ਲੈ ਜਾਓ ਜੀ, ਮੇਰੇ ਫਲਾਣੇ ਦਾ ਜੀ, ਢਿੰਗਲੇ ਲੈ ਜਾਓ। ਉਹ ਸਵਾਰਥੀ ਹੋ ਗਏ ਨੇ ਜੀ। ਜਿਹੜੀ ਉਹ ਸੇਵਾ ਭਾਵਨਾ ਉਹ ਖਤਮ ਹੋ ਚੁੱਕੀ ਹੈ। ਇਸੇ ਕਰਕੇ ਬਾਬੇ ਨਾਨਕ ਦੇ ਸੰਕਲਪ ਤੋਂ ਅਸੀਂ ਬੜੀ ਦੂਰ ਜਾ ਚੁੱਕੇ, ਜਿਹਦੇ ਕਰ ਸਾਡੇ ਵਿੱਚ ਜਿਹੜੀ ਬੁੱਧੀ ਜਿਹੜੀ ਹੈ ਨਾ ਉਹ ਭ੍ਰਿਸ਼ਟ ਹੋ ਚੁੱਕੀ ਹੈ ਜੀ। ਤੇ ਮੈਂ ਸੋਚਦਾ ਵੀ ਜੇ ਇੱਦਾਂ ਕੰਮ ਚੱਲਦਾ ਰਿਹਾ ਤਾਂ ਆਉਣ ਵਾਲੇ ਸਮੇਂ 'ਚ ਸਿੱਖ ਧਰਮ ਨੂੰ ਜਿਹੜਾ ਵਾ, ਜਿਵੇਂ ਖੁਸ਼ਵੰਤ ਹੋਰੀ ਕੇ ਕਹਿ ਗਏ ਸੀ, ਖੁਸ਼ਵੰਤ ਸਿੰਘ ਜਿਹੜੇ ਤੁਸੀਂ ਸੁਣਿਆ ਹੋਵੇਗਾ ਨਾ, ਬੜੇ ਤਕੜੇ ਲਿਖਾਰੀ ਹੋਏ ਨੇ, ਉਹਨਾਂ ਇੱਥੋਂ ਤੱਕ ਕਹਿ ਦਿੱਤਾ ਸੀ ਆਪਣੇ ਇੱਕ ਲੇਖ ਦੇ ਵਿੱਚ, ਉਹਨਾਂ ਕਿਹਾ ਸੀ ਵੀ 21ਵੀਂ ਸਦੀ ਦੇ ਵਿੱਚ ਸਿੱਖੀ ਦਾ ਭੋਗ ਪੈ ਜਾਏਗਾ। ਜੇ ਇਹ ਗੱਲ ਉਹਨਾਂ ਦੀ ਗੱਲ ਸਹੀ ਹੁੰਦੀ ਤੇ ਫਿਰ ਉਸ ਪਾਸੇ ਅਸੀਂ ਵੱਧ ਰਹੇ ਹਾਂ ਜੀ। ਸ਼੍ਰੋਮਣੀ ਕਮੇਟੀ ਨੂੰ ਆਪਣੀ ਜ਼ਿੰਮੇਵਾਰੀ 'ਚ ਕੰਮ ਲੈਣਾ ਚਾਹੀਦਾ। ਸਾਡੇ ਧਾਰਮਿਕ ਆਗੂ ਜਿਹੜੇ ਉਹ ਜ਼ਿੰਮੇਵਾਰ ਹੋਣੇ ਚਾਹੀਦੇ ਆ। ਉਹਨਾਂ ਨੂੰ ਏਸੀ ਗੱਡੀਆਂ ਤੇ ਏਸੀ ਹਾਲ ਛੱਡ ਕੇ ਆ ਕੇ ਲੋਕਾਂ ਦੇ ਵਿੱਚ ਪੰਡਾਲ 'ਚ ਬੈਠ ਕੇ ਆਪਣੀ ਗੱਲ ਕਰਨੀ ਚਾਹੀਦੀ ਹੈ। ਉਹ ਤੇ ਕੋਈ ਬਾਬਾ ਬੈਠਾ ਤੇ ਉਹ ਤੇ ਸਟੇਜ 'ਤੇ ਵੀ ਏਸੀ ਲੱਗੇ ਹੁੰਦੇ ਆ ਜੀ, ਵੀ ਏਸੀ ਲੱਗੇ, ਬਾਬੇ ਨੂੰ ਨਹੀਂ ਗਰਮੀ ਲੱਗਣੀ ਚਾਹੀਦੀ, ਬਾਕੀ ਦੁਨੀਆ ਬੇਸ਼ੱਕ ਜੋ ਮਰਜ਼ੀ ਹੋ ਜਾਏ। ਇਸ ਕਰਕੇ ਅੱਜ ਅਸੀਂ ਉਸ ਜਿਹੜੇ ਪਦਾਰਥ ਦੀ ਯੁੱਗ ਜਾ ਰਹੇ ਹਾਂ ਜੀ, ਉਹਦੇ ਕਰਕੇ ਸਾਡਾ ਨੁਕਸਾਨ ਹੋ ਰਿਹਾ ਵਾ। ਸਾਨੂੰ ਬਾਬੇ ਨਾਨਕ ਦੇ ਸੰਕਲਪ ਵੱਲ ਧਿਆਨ ਦੇਣਾ ਚਾਹੀਦਾ। ਗੁਰੂ ਅਮਰਦਾਸ ਪਾਤਸ਼ਾਹ ਨੇ ਜਿਹੜੇ ਸੀ ਉਦੋਂ ਕੋਈ ਨਾ ਏਸੀ ਸੀ ਨਾ ਕੁਛ ਸੀ, ਉਹ ਵੀ ਜਾ ਕੇ ਆਪ ਸੇਵਾ ਕਰਦੇ ਸੀ। ਲੰਗਰ ਦੇ ਵਿੱਚ ਲੰਗਰ ਪਕਾਉਂਦੇ ਵੀ ਸੀ, ਲੰਗਰ ਵਰਤਾਉਂਦੇ ਵੀ ਸੀ ਜੀ। ਸੰਗਤਾਂ ਦਾ ਬਚਨ ਵੀ ਕਰਦੇ ਸੀ, ਬਲਾਸ ਵੀ ਕਰਦੇ ਸੀ, ਮੁਸ਼ਕਲਾਂ ਵੀ ਹੱਲ ਕਰਦੇ ਸੀ। ਛੇਵੇਂ ਪਾਤਸ਼ਾਹ ਜਿਹੜਾ ਸਾਨੂੰ ਅਕਾਲ ਤਖਤ ਦਿੱਤਾ, ਕਾਹਦੇ ਵਾਸਤੇ ਦਿੱਤਾ ਜੀ? ਉਹਦਾ ਮੇਨ ਮਕਸਦ ਸਿਰਫ ਇਹੀ ਸੀਗਾ ਵੀ ਜਿਹੜੇ ਸਾਡੇ ਸਿੱਖ ਨੇ ਜਦੋਂ ਲੜਾਈ ਝਗੜੇ ਕੋਈ ਹੁੰਦੇ, ਇਹ ਦੁਨਿਆਵੀ ਕੋਰਟਾਂ ਨਾ ਜਾਣ, ਇਹ ਆਪਣੀ ਧਾਰਮਿਕ ਕੋਰਟ ਇੱਥੇ ਆ ਕੇ ਪੰਜ ਪ੍ਰਧਾਨੀ ਮਰਿਆਦਾ ਵਿੱਚ ਫੈਸਲੇ ਕਰਨ ਜੀ। ਉਹਨਾਂ ਤੋਂ ਅਸੀਂ ਦੂਰ ਭੱਜ ਰਹੇ ਹਾਂ। ਅੱਜ ਤੇ ਜਿਹੜਾ ਸੇਵਾ ਸਾਡਾ ਜਿਵੇਂ ਅਕਾਲੀ ਲੀਡਰ ਆ, ਉਹ ਗਲਤੀਆਂ ਵੀ ਕਰਦੇ ਆ ਕੇ ਸਜ਼ਾ ਵੀ ਭੁਗਤ ਲੈਂਦੇ ਨੇ, ਮੂੰਹ ਨਾਲ ਮੁਸ਼ਕਲ ਜਿਹਾ ਹੱਸਦੇ ਨੇ। ਸਾਡਾ ਕੀ ਵਿਗਾੜ ਲਿਆ ਜੀ? ਅੱਜ ਦੀ ਗੱਲ ਕੀਤੀ ਜਾਵੇ ਤਾਂ ਪੱਟੀ ਸਾਹਿਬ ਕੀ ਹੋਣਾ ਚਾਹੀਦਾ ਹੈ ਜਿਹੜਾ ਅਸੀਂ ਯੂਥ ਨੂੰ ਵੀ ਸਿੱਖੀ ਵਾਲੇ ਪਾਸੇ ਜੋੜ ਸਕੀਏ, ਆਉਣ ਵਾਲੀਆਂ ਨਸਲਾਂ ਨੂੰ ਵੀ ਜੋੜ ਸਕੀਏ, ਤੇ ਜਿਹੜੀ ਸਿੱਖੀ ਦੇ ਵਿੱਚ ਲਗਾਤਾਰ ਗਿਰਾਵਟ ਆ ਰਹੀ ਆ ਉਸ ਨੂੰ ਕਿਵੇਂ ਸੁਧਾਰਿਆ ਜਾਣਾ ਚਾਹੀਦਾ ਤੁਹਾਡੇ ਹਿਸਾਬ ਨਾਲ? ਵੇਖੋ ਜੀ, ਸਿੱਖੀ ਨੂੰ ਜੋੜਨ ਵਾਸਤੇ ਤਾਂ ਧਰਮ ਦੇ ਪ੍ਰਚਾਰ 'ਤੇ ਪੂਰਾ ਜ਼ੋਰ ਦੇਣਾ ਚਾਹੀਦਾ ਜੀ। ਜ਼ੋਰ ਇੰਨਾ ਕੁ ਦੇਣਾ ਚਾਹੀਦਾ ਵੀ ਤੁਸੀਂ ਹਰ ਪਿੰਡ ਦੇ ਵਿੱਚ ਤੁਹਾਡੇ ਪ੍ਰਚਾਰਕ ਜਾਣੇ ਚਾਹੀਦੇ ਜੀ। ਅੱਜ ਪ੍ਰਚਾਰਕ ਜਿਹੜੇ ਸਾਡੇ ਉਹ ਸਿਰਫ ਜਾਂਦੇ ਜੀ ਮੱਸਿਆ ਸੰਗਰਾਂਦ 'ਤੇ ਗਏ, ਅੱਧਾ ਘੰਟਾ ਗਾ ਕੇ ਉੱਥੇ ਬੋਲ ਕੇ ਆਪਣੇ ਪ੍ਰਚਾਰ ਕਰਕੇ ਆ ਗਏ ਜੀ, ਅਸੀਂ ਪ੍ਰਚਾਰ ਕਰ ਰਹੇ ਹਾਂ ਜੀ।
ਉਹਨਾਂ ਦੇ ਸ਼੍ਰੋਮਣੀ ਕਮੇਟੀ ਦੇ ਹਿਸਾਬ ਨਾਲ ਇਸ ਵੇਲੇ 20 ਕਰੋੜ ਸਿੱਖਾਂ ਨੇ ਅੰਮ੍ਰਿਤ ਛਕ ਲਿਆ ਹੋਊਗਾ ਜੀ ਲੇਕਿਨ 20 ਕਰੋੜ ਤਾਂ ਸਿੱਖਾਂ ਦੀ ਗਿਣਤੀ ਨਹੀਂ ਹੈਗੀ ਕਿਤੇ ਅੰਮ੍ਰਿਤ ਤਾਂ ਛਕ ਲੈਣਾ ਜੀ ਅੰਮ੍ਰਿਤ ਛਕਿਆ ਭੰਗ ਕਰ ਲਿਆ ਲੇਕਿਨ ਪਹਿਲਾਂ ਅਗਲੇ ਨੂੰ ਪ੍ਰਿਪੇਅਰ ਕਰੋ ਵੀ ਇਹ ਅੰਮ੍ਰਿਤ ਛਕਣ ਜੋਗਾ ਹੋਇਆ ਕਿ ਨਹੀਂ ਹੋਇਆ ਅਸੀਂ ਆਇਆ ਅੰਮ੍ਰਿਤ ਛਕਾ ਦਿਓ ਆਇਆ ਅੰਮ੍ਰਿਤ ਛਕਾ ਦਿਓ ਨਹੀਂ ਪਹਿਲਾਂ ਉੱਤੇ ਨਿਗਰਾਨੀ ਕਰੋ ਉਹਨੂੰ ਪ੍ਰਿਪੇਅਰ ਕਰੋ ਹਾਂ ਵੀ ਇਹਦੀ ਨੀਤ ਜਿਹੜੀ ਆ ਗਾਂ ਸਾਫ਼ ਹੋ ਗਈ ਹੈ ਇਹਦੇ ਨਸ਼ੇ ਤਿਆਗਤੇ ਆ ਇਹਨੇ ਬੁਰਾਈਆਂ ਤਿਆਗਤੀਆਂ ਵਾ ਸਾਡਾ ਸਿੱਖ ਧਰਮ ਤੇ ਬਹੁਤ ਛੋਟੀ ਉਮਰ ਦਾ ਤਗ ਤੇ ਬੜਾ ਪਾਪੂਲਰ ਧਰਮ ਹੈ ਇਹਦੇ ਮੁਕਾਬਲੇ ਬਾਕੀ ਧਰਮਾਂ ਦੇ ਮੁਕਾਬਲੇ ਬਹੁਤ ਉੱਚਾ ਤੇ ਸੁੱਚਾ ਧਰਮ ਹੈ ਲੇਕਿਨ ਅਸੀਂ ਪ੍ਰਚਾਰ ਦੇ ਪੱਖੋਂ ਤੇ ਪ੍ਰਚਾਰ ਦੇ ਦੁੱਖੋਂ ਮਾਰ ਖਾ ਰਹੇ ਮੈਂ ਪਹਿਲਾਂ ਕਹਿਤਾ ਵੀ ਜਿਹੜੇ ਧਾਰਮਿਕ ਆਗੂ ਉਹਨਾਂ ਨੂੰ ਏਸੀ ਗੱਡੀਆਂ ਦੀ ਬਜਾਏ ਉਹ ਸੜਕਾਂ ਤੇ ਆਉਣ ਲੋਕਾਂ ਦੇ ਵਿੱਚ ਆਉਣ ਘਰ ਘਰ ਜਾ ਕੇ ਪ੍ਰਚਾਰ ਕਰਨ ਪਿੰਡ ਪਿੰਡ ਜਾ ਕੇ ਪ੍ਰਚਾਰ ਕਰਨ ਫਿਰ ਤੇ ਗੱਲ ਬਣ ਜੂ ਜੀ ਨਹੀਂ ਤੇ ਜਿਸ ਤਰੀਕੇ ਨਾਲ ਅਸੀਂ ਪਦਾਰਥਵਾਦੀ ਹੋ ਗਏ ਅੱਜ ਸਾਡਾ ਨੌਜਵਾਨ ਜਿਹੜਾ ਵਾ ਮੈਂ ਉਹ ਨੌਜਵਾਨ ਵੇਖੇ ਜਿਹੜੇ ਇੱਥੇ ਅੰਮ੍ਰਿਤਧਾਰੀ ਹੁੰਦੇ ਆ ਬੜੇ ਸੋਹਣੇ ਅੰਮ੍ਰਿਤਧਾਰੀ ਗਾਤਰੇ ਪਾਏ ਨੇ ਦਾੜੇ ਰੱਖੇ ਨੇ ਦਸਤਾਰਾਂ ਸਜਾਈਆਂ ਨੇ ਬੜੀਆਂ ਸੋਹਣੀਆਂ ਲੇਕਿਨ ਜਦੋਂ ਉਹਨਾਂ ਦਾ ਵੀਜ਼ਾ ਲੱਗ ਜਾਂਦਾ ਬਾਹਰ ਕੈਨੇਡਾ ਦਾ ਉਹ ਸਭ ਤੋਂ ਪਹਿਲਾਂ ਕੰਮ ਇਹ ਕਰਦੇ ਨਾਈ ਕੋਲ ਜਾ ਕੇ ਕਹਿੰਦੇ ਲੈ ਵੀ ਕਰਦੇ ਕਲੀਨ ਚਿਟ ਸਭ ਕੁਝ ਜੀ ਤੇ ਜੇ ਅਸੀਂ ਉਹਨਾਂ ਨੂੰ ਬਚਾ ਨਾ ਸਕੇ ਤੇ ਫਿਰ ਅਸੀਂ ਕੀ ਕਰਾਂਗੇ ਜੇ 1905 ਦੇ ਵਿੱਚ ਇੱਥੋਂ ਹਿਜਰਤ ਹੋਈ ਸੀ ਸਾਡੇ ਇੰਡੀਆ ਦੇ ਵਿੱਚੋਂ ਪੰਜਾਬ ਦੇ ਵਿੱਚੋਂ ਜਿਹੜੇ ਵਿਦੇਸ਼ਾਂ 'ਚ ਲੋਕ ਸਾਡੇ ਗਏ ਸੀ ਉਹ ਵਾਲ ਕਟਾ ਕੇ ਤਾਂ ਨਹੀਂ ਗਏ ਉਹ ਸਿੱਖੀ ਸਰੂਪ ਜਾ ਕੇ ਉੱਥੇ ਕਾਮਯਾਬ ਹੋਏ ਸੀ ਅੱਜ ਵੀ ਤੁਸੀਂ ਜਿਹੜੇ ਸਿੱਖੀ ਸਰੂਪ ਜੇ ਅਸੀਂ ਕੈਨੇਡਾ ਦਾ ਸਾਡਾ ਡਿਫੈਂਸ ਮਿਨਿਸਟਰ ਆ ਜੀ ਉਹ ਸਿੱਖ ਆ ਅੰਮ੍ਰਿਤਧਾਰੀ ਸਿੱਖ ਆ ਕੀ ਗੱਲ ਉਹ ਉੱਥੇ ਸਿੱਖ ਪੜ੍ਹਿਆ ਨਹੀਂ ਗਾ ਉੱਥੇ ਕਰਨੇ ਜਿਹੜਾ ਵਿਰੋਧੀ ਧਿਰ ਦਾ ਲੀਡਰ ਜਗਮੀਤ ਸਿੰਘ ਉਹ ਸਿੱਖ ਨਹੀਂ ਗਾ ਅੰਮ੍ਰਿਤਧਾਰੀ ਦਮਾਲਾਸ 'ਚ ਹੁੰਦਾ ਵਾ ਜੀ ਲੇਕਿਨ ਸਾਡੀ ਪ੍ਰਵਿਰਤੀ ਇਹ ਵੱਧਦੀ ਜਾਂਦੀ ਵੀ ਸਾਡੇ ਤੇ ਪਦਾਰਥਵਾਦ ਭਾਰੂ ਹੁੰਦਾ ਵਾ ਸਾਨੂੰ ਚਾਹੀਦਾ ਅੱਜ ਗੁਰੂ ਅਮਰਦਾਸ ਜੀ ਦੇ ਜਿਹੜੀ ਸਿੱਖਿਆਵਾਂ ਵਾ ਉਹਨਾਂ ਤੇ ਚੱਲ ਕੇ ਜਿਸ ਤਰੀਕੇ ਦਾ ਉਹਨਾਂ ਨੇ ਪੰਗਤ ਤੇ ਸੰਗਤ ਦਾ ਸੰਕਲਪ ਲਿਆ ਸੀ ਉਸੇ ਸੰਕਲਪ ਨੂੰ ਗਾਂਹ ਤੋਰ ਕੇ ਤੇ ਆਪਣੇ ਵਿਕਾਸ ਦੀ ਗੱਲ ਕਰੀ ਜੀ ਸੋ ਬਿਲਕੁਲ ਇਹ ਸਨ ਸਰਦਾਰ ਜਸਵੀਰ ਸਿੰਘ ਜੀ ਪੱਟੀ ਜਿਨ੍ਹਾਂ ਨਾਲ ਅਸੀਂ ਪ੍ਰੋਗਰਾਮ ਇਤਿਹਾਸ ਤੇ ਪੰਨਿਆਂ ਦੇ ਵਿੱਚ ਗੱਲਬਾਤ ਕੀਤੀ ਤੀਸਰੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਗੁਰਤਾ ਗੱਦੀ ਦਿਹਾੜੇ ਦੇ ਉੱਤੇ ਸੋ ਬਹੁਤ ਹੀ ਅੱਛੀ ਗੱਲਬਾਤ ਬਹੁਤ ਹੀ ਸੁੰਦਰ ਵਿਚਾਰਾਂ ਦੀ ਸਾਂਝ ਜਿਹੜੀ ਆ ਉਹਨਾਂ ਨੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਨਾਲ ਕੀਤੀ ਸੋ ਇਸ ਤਰ੍ਹਾਂ ਦੇ ਹੋਰ ਵੀ ਪ੍ਰੋਗਰਾਮ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਸੋ ਤੁਸੀਂ ਵੀ ਸਿੱਖ ਚੈਨਲ ਨੂੰ ਸਪੋਰਟ ਕਰਦੇ ਰਹੋ ਤੇ ਜੁੜੇ ਰਹੋ ਸਿੱਖ ਚੈਨਲ ਦੇ ਨਾਲ ਸੋ ਇਸ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ ਭਲਾਉਂਦੇ ਹਾਂ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ